सत श्री अकाल जी सारिਆਂ ਨੂੰ ਸਾਂਝਾ ਟੀਵੀ ਤੇ ਮੈਂ ਰੋਮਨਪ੍ਰੀਤ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਯੂਥ ਬੋਲਦਾ ਦਾ ਇੱਕ ਹੋਰ ਐਪੀਸੋਡ ਲੈ ਕੇ। ਜਿੱਦਾਂ ਪਿਛਲੇ ਐਪੀਸੋਡ ਦੇ ਵਿੱਚ ਤੁਹਾਨੂੰ ਅਸੀਂ ਦੱਸਿਆ ਸੀਗਾ ਕਿ ਜਦੋਂ ਬੱਚੇ ਇੰਡੀਆ ਤੋਂ ਆਉਂਦੇ ਆ ਉਦੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਲਈ ਉਹਨਾਂ ਨੂੰ ਤਿਆਰ ਰਹਿਣਾ ਪੈਂਦਾ ਵਾ ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰ ਉਹ ਕੈਨੇਡਾ ਪਹੁੰਚ ਜਾਂਦੇ ਆ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਆਉਂਦੀਆਂ ਵਾ। ਸੋ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਆਪਾਂ ਗੱਲ ਕੀਤੀ ਸੀ ਮੈਂਟਲ ਹੈਲਥ ਦੀ। ਸਭ ਤੋਂ ਜ਼ਿਆਦਾ ਮੈਂਟਲ ਹੈਲਥ ਅਫੈਕਟ ਹੁੰਦੀ ਆ ਬੱਚਿਆਂ ਦੀ। ਜਿੱਦਾਂ ਮੈਂ ਤੁਹਾਨੂੰ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀਗਾ ਕਿ ਤੁਹਾਨੂੰ ਇੱਕ ਮਾਈਂਡ ਸੈਟ ਇਦਾਂ ਦਾ ਲੈ ਕੇ ਆਣਾ ਚਾਹੀਦਾ ਵਾ। ਯੂ ਆਰ ਰੈਡੀ to deal with all the situations ਕਿਉਂਕਿ ਇੱਥੇ ਤੁਹਾਨੂੰ ਡਿਪਰੈਸ਼ਨ ਹੋਣਾ, ਐਂਗਜ਼ਾਈਟੀ ਹੋਣਾ, ਸੁਸਾਈਡਲ ਥਾਟਸ ਤੱਕ ਆਉਂਦੇ ਆ। ਜਿੱਦਾਂ ਆਪਾਂ ਹੁਣ ਨਿਤ ਨਵੀਂ ਨਿਊਜ਼ ਸੁਣਦੇ ਆ, 1 ਮਹੀਨੇ ਤੋਂ ਆਇਆ ਬੱਚਾ ਸੁਸਾਈਡ ਕਰ ਲਈ, 2 ਮਹੀਨੇ ਹੋਏ ਆ ਸੁਸਾਈਡ ਕਰ ਲਈ। ਇਹ ਸੁਸਾਈਡਲ ਥਾਟਸ ਆਉਂਦੇ ਕਾਹਤੋਂ ਆ? ਇਹ ਮੈਂਟਲ ਹੈਲਥ ਤੋਂ ਬਚਿਆ ਕਿੱਦਾਂ ਜਾ ਸਕਦਾ? ਇਹ ਡਿਪਰੈਸ਼ਨ ਐਂਗਜ਼ਾਈਟੀ ਹੈ ਕੀ? ਆ ਜਿਹੜੇ ਕਹਿੰਦੇ ਆ ਕਿ ਮੈਂਟਲ ਹੈਲਥ ਇਸ਼ੂਜ਼ ਆ, ਸਾਨੂੰ ਆਪਾਂ ਇਹ ਕਹਿ ਦਿੰਦੇ ਆ ਮੈਂਟਲ ਹੈਲਥ ਇਸ਼ੂਜ਼ ਆ, ਪਰ ਮੈਂਟਲ ਹੈਲਥ ਇਸ਼ੂਜ਼ ਹੈ ਕੀ? ਇਹਨਾਂ ਸਾਰਿਆਂ ਬਾਰੇ ਗੱਲ ਕਰਨ ਦੇ ਲਈ ਅੱਜ ਅਸੀਂ ਐਕਸਪਰਟ ਨੂੰ ਬੁਲਾਇਆ ਵਾ। ਸਾਡੇ ਨਾਲ ਅੱਜ ਜੁੜਨ ਜਾ ਰਹੇ ਨੇ ਬਲਰਾਜ ਸਿੰਘ ਗਿੱਲ। ਉਹਨਾਂ ਨੇ ਸਾਈਕੋਲੋਜੀ ਕੀਤੀ ਹੈ ਜੀ, BA ਦੇ ਵਿੱਚ ਬੈਚਲਰ ਇਨ ਸਾਈਕੋਲੋਜੀ ਨੇ, ਮਾਸਟਰਸ ਇਨ ਕਾਉਂਸਲਿੰਗ ਤੇ ਰਾਈਟ ਨਾਓ ਉਹ ਰਜਿਸਟਰਡ ਕਲੀਨਿਕਲ ਕਾਉਂਸਲਰ ਨੇ। ਸੋ ਆਓ ਸਵਾਗਤ ਕਰਦੇ ਹਾਂ ਬਲਰਾਜ ਉਹਨਾਂ ਦਾ। ਸਤਿ ਸ਼੍ਰੀ ਅਕਾਲ ਬਲਰਾਜ ਜੀ। ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰੋਮਨ ਜੀ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਧੰਨਵਾਦ ਤੁਹਾਡਾ। ਤੇ ਜਿੱਦਾਂ ਤੁਸੀਂ ਇੱਕ ਤਾਂ ਸਾਡੇ ਲਈ ਟਾਈਮ ਕੱਢਿਆ ਉਹਦੇ ਲਈ ਬਹੁਤ-ਬਹੁਤ ਥੈਂਕਸ। ਤੇ ਜਿੱਦਾਂ ਤੁਹਾਨੂੰ ਵੀ ਪਤਾ ਵਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਮੈਂਟਲ ਹੈਲਥ ਦੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਪਨਪ ਰਹੀ ਆ। ਲਾਈਕ ਮਹੀਨਾ ਹੋਇਆ ਹਲੇ ਬੱਚੇ ਨੂੰ ਆਏ ਨੂੰ, ਦੇ ਆਰ ਡੂਇੰਗ ਸੁਸਾਈਡ ਰਾਈਟ। ਹਲੇ ਮਹੀਨਾ ਆਇਆ ਬੱਚਾ ਇੰਡੀਆ ਤੋਂ, ਜਿਹਦਾ ਇੰਡੀਆ ਤੋਂ ਮਾਪੇ ਇੰਨਾ ਜ਼ਿਆਦਾ ਸੁਪਨੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਆ ਕਿ ਸਾਡੀ ਕੁੜੀ, ਸਾਡਾ ਮੁੰਡਾ ਸਾਡਾ ਨਾਮ ਰੋਸ਼ਨ ਕਰੂਗਾ, ਤੇ ਆਂਦੀ ਉਹ ਏਡਾ ਵੱਡਾ ਕਦਮ ਚੱਕ ਲੈਂਦੇ ਨੇ। ਸਾਰੇ ਕਹਿੰਦੇ ਆ ਕਿ ਮੈਂਟਲ ਹੈਲਥ ਦਾ ਇਸ਼ੂ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਆਹ ਦੱਸੋ ਕਿ ਇਹ ਮੈਂਟਲ ਹੈਲਥ ਹੈ ਕੀ? ਮੈਂਟਲ ਹੈਲਥ ਹੈ ਤੁਹਾਡੇ ਦਿਲ ਦੀ, ਤੁਹਾਡੇ ਦਿਮਾਗ ਦੀ, ਤੁਹਾਡੇ ਸਾਰੇ ਬਾਡੀ ਦੀ ਸੁਰੱਖਿਅਤ ਇੱਕ ਤਰ੍ਹਾਂ ਦਾ ਕੰਡੀਸ਼ਨ, ਇੱਕ ਤਰ੍ਹਾਂ ਦੀ ਮੈਂਟਲ ਸਟਰਕਚਰ, ਇੱਕ ਤਰ੍ਹਾਂ ਦਾ ਕੌਨਫੀਡੈਂਸ। ਇਹਦੇ ਮੈਂਟਲ ਹੈਲਥ ਦੇ ਹੇਠਾਂ ਜਿਵੇਂ ਤੁਸੀਂ ਆਪਣੀ ਬਾਡੀ ਦੀ ਕੇਅਰ ਕਰਦੇ ਹੋ ਉਵੇਂ ਦਿਮਾਗ ਦੀ ਕੇਅਰ ਹੁੰਦੀ ਹੈ। ਇਹਦੇ ਹੇਠਾਂ ਜਿਹੜੇ ਐਂਗਜ਼ਾਈਟੀਜ਼ ਆ, ਡਿਪਰੈਸ਼ਨਸ ਨੇ, ਸਟਰਗਲਸ ਨੇ, ਜਿਹੜੇ ਤੁਹਾਡੇ ਬਾਡੀ ਤੋਂ ਨਹੀਂ ਕੰਟਰੋਲ ਹੁੰਦੇ, ਦਿਮਾਗ ਤੋਂ ਪੈਦਾ ਹੁੰਦੇ ਨੇ, ਉਹ ਸਾਰੇ ਮੈਂਟਲ ਹੈਲਥ ਦੇ ਹੇਠਾਂ ਆਉਂਦੇ ਨੇ। ਜਿੱਦਾਂ ਹੁਣ ਇੱਕ ਬੱਚਾ ਆਇਆ ਹਲੇ ਨਵਾਂ ਇੰਡੀਆ ਤੋਂ ਆਇਆ ਵਾ, ਆਂਦੀ ਨੂੰ ਉਹਨੂੰ ਕਹਿੰਦੇ ਕਿ ਮੈਨੂੰ ਡਿਪਰੈਸ਼ਨ ਹੋ ਰਿਹਾ, ਮੈਨੂੰ ਕਿਸੇ ਨਾਲ ਗੱਲ ਕਰਨ ਲਈ ਐਂਗਜ਼ਾਈਟੀ ਹੋ ਰਹੀ ਆ, ਰਾਈਟ। ਸੋ ਜਦੋਂ ਇੱਕ ਤਾਂ ਆਪਾਂ ਇੰਡੀਆ ਦੇ ਵਿੱਚ ਕੰਫਰਟ ਜ਼ੋਨ ਦੇ ਵਿੱਚ ਹੁੰਦੇ ਆ, ਸਾਰਾ ਕੁਝ ਮਾਪਿਆਂ ਨੇ ਕਰਨਾ, ਬਸ ਘਰੇ ਬਹਿਣਾ, ਰੋਟੀ ਮੰਮੀ ਨੇ ਲਿਆ ਦੇਣੀ, ਬਾਹਰੋਂ ਕਮਾਈ ਡੈਡੀ ਨੇ ਕਰਨੀ। ਪਰ ਇੱਥੇ ਆ ਕੇ ਉਹ ਮੰਮੀ ਦਾ ਰੋਲ, ਉਹ ਡੈਡੀ ਦਾ ਰੋਲ, ਸਾਰੇ ਰੋਲਸ ਇੱਕ ਬੱਚੇ ਤੇ ਆ ਜਾਂਦੇ। ਉਹਨੇ ਕੰਮ ਵੀ ਆਪ ਕਰਨਾ, ਰੋਟੀ ਟੁੱਕ ਵੀ ਆਪ ਕਰਨਾ, ਲਾਂਡਰੀ ਆਪ ਕਰਨੀ ਆ। ਕੀ ਤੁਹਾਨੂੰ ਲੱਗਦਾ ਕਿ ਉਹ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਨਿਕਲਣ ਦੀ ਵਜ੍ਹਾ ਦੇ ਨਾਲ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਵਾ, ਜਾਂ ਫਿਰ ਉਹਨਾਂ ਤੋਂ ਇੱਕਦਮ ਆਇਆ ਸਟ੍ਰੈਸ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਂਦਾ? ਇਹ ਸਾਰੀਆਂ ਚੀਜ਼ਾਂ ਦੇ ਕਾਰਨ ਹੋ ਸਕਦੇ ਨੇ ਰੋਮਨ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਇੱਕ ਤੁਸੀਂ ਆਪਦਾ ਦੇਸ਼ ਛੱਡ ਕੇ, ਆਪਦਾ ਹੋਮ ਛੱਡ ਕੇ ਇੱਕ ਇੰਟਾਇਰਲੀ ਡਿਫਰੈਂਟ ਕੰਟਰੀ ਦੇ ਵਿੱਚ ਆ ਰਹੇ ਹੋ, ਜਿੱਥੇ ਸੋਸਾਇਟੀ ਦੇ ਢੰਗ ਫੰਕਸ਼ਨ ਕਰਨ ਦੇ ਡਿਫਰੈਂਟ ਨੇ, ਉੱਥੇ ਸਿੱਖਣ ਦੇ ਫੰਕਸ਼ਨ ਡਿਫਰੈਂਟ ਨੇ, ਖਾਣ ਪੀਣੇ ਦੇ, ਰਹਿਣੇ ਸਹਿਣੇ ਦੇ ਫੰਕਸ਼ਨ ਡਿਫਰੈਂਟ ਨੇ। ਸੋ ਜਦ ਤੁਸੀਂ ਇੱਥੇ ਆਉਂਦੇ ਹੋ ਉਹਦੇ ਨਾਲ ਅਸਿਮੀਲੇਟ ਕਰਨਾ, ਉਹਦੇ ਵਿੱਚ ਰਲਣਾ ਉਹ ਔਖਾ ਹੋ ਜਾਂਦਾ। ਸੋ ਜਦ ਤੁਸੀਂ ਉਹ ਔਖ ਮਹਿਸੂਸ ਕਰਨ ਲੱਗਦੇ ਹੋ, ਤੁਹਾਡਾ ਜਿਹੜੀ ਸੌਖ ਪਿੱਛੇ ਪਿੰਡ 'ਚ ਹੁੰਦੀ ਸੀ, ਘਰੇ ਹੁੰਦੀ ਸੀ, ਉਹ ਨਹੀਂ ਮਿਲਦੀ, ਤੁਹਾਨੂੰ ਔਖਾ ਸਮਾਂ ਕੱਢਣਾ ਪੈਂਦਾ। ਫਿਰ ਉਹ ਕਈਆਂ ਤੋਂ ਸੰਭਲਦਾ ਨਹੀਂ ਕਿਉਂਕਿ ਉਹਦਾ ਪ੍ਰੈਸ਼ਰ ਵੱਧ ਜਾਂਦਾ, ਸਾਰਿਆਂ ਤੋਂ ਨਹੀਂ ਸੰਭਲ ਹੁੰਦਾ। ਤੇ ਫਿਰ ਉਸ ਪੁਆਇੰਟ ਤੇ ਇੱਕ ਬੱਚੇ ਨੂੰ ਕੀ ਕਰਨਾ ਚਾਹੀਦਾ ਆ ਜਦੋਂ ਇਦਾਂ ਦੀ ਪੁਆਇੰਟ ਆ ਗਿਆ? ਤੇ ਮੈਨੂੰ ਇੱਕ ਥੋੜੇ ਦਿਨ ਪਹਿਲਾਂ ਇੱਕ ਕੁੜੀ ਮਿਲੀ, ਉਹ ਮੈਨੂੰ ਕਹਿ ਰਹੀ ਆ ਦੀ ਮੈਨੂੰ ਕਿੰਨੀ ਵਾਰ ਸੁਸਾਈਡਲ ਥਾਟਸ ਆਏ, ਮੇਰਾ ਦਿਲ ਕਰਦਾ ਮੈਂ ਆਪਣੀ ਜਾਨ ਲੈ ਲਵਾਂ। ਨਾ ਤੁਹਾਨੂੰ ਇਹ ਲੱਗਦਾ ਕਿ ਆਪਾਂ ਬਹੁਤ ਜ਼ਿਆਦਾ ਨਾਰਮਲਾਈਜ਼ ਕਰ ਰਹੇ ਹਾਂ ਆਪਣੀ ਜਾਨ ਲੈਣ ਨੂੰ, ਕਿ ਉਹਨਾਂ ਨੂੰ ਈਜ਼ੀ ਵੇ ਆਊਟ ਲੱਗਦਾ ਪਿਆ ਵਾ? ਰੋਮਨ, ਇਹ ਕਦੇ ਆਪਦੀ ਜਾਨ ਲੈਣੀ ਕਦੇ ਨੋਰਮਲ ਗੱਲ ਨਹੀਂ ਹੋ ਸਕਦੀ। ਇਹ ਬਹੁਤ ਵੱਡਾ ਇੱਕ ਕਦਮ ਚੱਕਣ ਨੂੰ ਹੁੰਦਾ। ਪਰ ਜਿਹੜੀ ਗੱਲ ਕਹਿਣੀ ਵੀ ਮੈਂ ਆਪਦੀ ਜਾਨ ਲੈਣੀ ਆ, ਇਹ ਬਾਹਲੀ ਕਹੀ ਜਾਂਦੀ ਆ ਅੱਜ ਕੱਲ੍ਹ, ਸਪੈਸ਼ਲੀ ਆਪਣੇ ਕਲਚਰ ਦੇ ਵਿੱਚ। ਤੇ ਇਹ ਗੱਲ ਨੂੰ ਸੋਚ ਕੇ ਸਮਝ ਕੇ ਦੇਖਣਾ ਪੈਣਾ ਵੀ ਕਈ ਲੋਕਾਂ ਦੀ ਜ਼ਿੰਦਗੀ ਵੀ ਇੱਥੇ ਤੱਕ ਪਹੁੰਚ ਜਾਂਦੀ ਹੈ ਵੀ ਜਿੱਥੇ ਉਹਨਾਂ ਕੋਲੇ ਕੋਈ ਹੱਲ ਨਹੀਂ ਹੁੰਦਾ, ਉਹਨਾਂ ਨੂੰ ਆਪਦੀ ਜਾਨ ਲੈਣੀ ਪੈਂਦੀ ਆ। ਪਰ ਜਦ ਆਪਾਂ ਦੇਖਦੇ ਹਾਂ ਇਹਨੂੰ ਰੋਕਣ ਲਈ ਇਹਦਾ ਹੱਲ ਕੀ ਆ, ਸਭ ਤੋਂ ਵੱਡਾ ਹੱਲ ਤੁਹਾਡਾ ਸਪੋਰਟ ਸਿਸਟਮ ਆ। ਜਿਹੜੇ ਲੋਕਾਂ ਨੇ ਤੁਹਾਨੂੰ ਇੱਥੇ ਭੇਜਿਆ, ਜਿਹੜੇ ਲੋਕ ਤੁਹਾਡੇ ਆਲੇ ਦੁਆਲੇ ਫਿਰਦੇ ਨੇ, ਫਰੈਂਡਸ, ਫੈਮਿਲੀ, ਉਹ ਤੁਹਾਡੇ ਵਾਸਤੇ ਆਲੇ ਦੁਆਲੇ ਤਾਂ ਹੀ ਫਿਰਦੇ ਵੀ ਤੁਹਾਡਾ ਸਪੋਰਟ ਹੋਣ। ਉਹ ਉਹਨਾਂ ਦੇ ਨਾਲ ਗੱਲਾਂ ਕਰੋ, ਉਹਨਾਂ ਦੇ ਨਾਲ ਆਪਣੀ ਪ੍ਰੈਸ਼ਰ ਦੱਸੋ, ਉਹਨਾਂ ਦੇ ਨਾਲ ਆਪਣੀ ਸਟ੍ਰੈਸਿਸ ਦੱਸੋ, ਉਹਨਾਂ ਦੇ ਨਾਲ ਹੀ ਤੁਹਾਡਾ ਆਪਦਾ ਜਿਹੜਾ ਦਿਮਾਗ ਤੇ ਬੋਝ ਆ ਉਹ ਘਟੂਗਾ।
ਪਰ ਤੁਹਾਨੂੰ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਤੁਹਾਨੂੰ ਵੀ ਲੱਗਦਾ ਕਿ ਜਦੋਂ ਆਪਾਂ ਇੱਕ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਮੈਂਟਲ ਹੈਲਥ ਨੂੰ ਬਹੁਤ ਜ਼ਿਆਦਾ ਲਾਈਟਲੀ ਲਿਆ ਜਾਂਦਾ, ਯੈਸ। ਸਪੈਸ਼ਲੀ ਜਿਹੜੀ ਆਪਣੀ ਪੁਰਾਣੀ ਪੀੜ੍ਹੀ ਆ। ਹੁਣ ਮੈਂ ਆਪਣੇ ਘਰਦਿਆਂ ਨੂੰ ਕਹੂੰਗੀ ਜਾਂ ਕੋਈ ਵੀ ਬੱਚਾ ਆਪਣੇ ਘਰਦਿਆਂ ਨੂੰ ਕਹੂਗਾ ਮੈਨੂੰ ਡਿਪਰੈਸ਼ਨ ਹੋ ਰਿਹਾ, ਮੈਨੂੰ ਐਂਗਜ਼ਾਇਟੀ ਹੋ ਰਹੀ ਆ, ਮੇਰਾ ਲਾਈਕ ਪਤਾ ਨਹੀਂ ਲੱਗਦਾ ਪਿਆ ਮੈਂ ਪਾਣੀ ਪੂਣੀ ਪੀ ਠੀਕ ਹੋ ਜਾਊਗਾ, Yeah. ਸੈਰ ਕਰਿਆ ਜਾ ਕੇ ਠੀਕ ਹੋ ਜਾਊਗਾ। ਕੀ ਤੁਹਾਨੂੰ ਲੱਗਦਾ ਵਾ ਕਿ ਉਹ ਬਹੁਤ ਜ਼ਿਆਦਾ ਲਾਈਕ ਉਹਨੂੰ ਲਾਈਟਲੀ ਲੈ ਰਹੇ, ਉਹਨਾਂ ਨੂੰ ਲੱਗਦਾ ਵਾ ਕਿ ਮੈਂਟਲ ਹੈਲਥ ਨਾਮ ਦੀ ਕੋਈ ਚੀਜ਼ ਹੈ ਨਹੀਂ ਗੀ? ਐਗਜ਼ੈਕਟਲੀ, ਇਹ ਬਹੁਤ ਵੱਡੀ ਗੱਲ ਹੈ। ਇਹਦੇ ਕਾਰਨ ਹੀ ਐਡਾ ਵੱਡਾ ਸਟਿਗਮਾ ਕ੍ਰੀਏਟ ਕੀਤਾ ਗਿਆ ਮੈਂਟਲ ਹੈਲਥ ਤੇ। ਜਿਹੜੀਆਂ ਨਿਊਅਰ ਜਨਰੇਸ਼ਨਸ ਨੇ, ਹੁਣ ਜਿਹੜੇ ਜਨਰੇਸ਼ਨਸ ਹੁਣ ਅੱਗੇ ਤੁਰਦੇ ਨੇ, ਉਹਨਾਂ ਨੂੰ ਪਤਾ ਲੱਗ ਰਿਹਾ ਵੀ ਮੈਂਟਲ ਹੈਲਥ ਕੀ ਆ ਤੇ ਉਹਦੇ ਇਫੈਕਟਸ ਕੀ ਨੇ, ਆਪਣੀ ਕਮਿਊਨਿਟੀ ਤੇ ਇਫੈਕਟਸ ਕੀ ਨੇ, ਆਪਣੇ ਜਵਾਕਾਂ ਤੇ ਕੀ ਇਫੈਕਟਸ ਨਹੀਂ। ਤੇ ਇਹਨਾਂ ਦੇ ਕਰਕੇ ਜਿਹੜੀ ਇੰਟਰ ਜਨਰੇਸ਼ਨਲ ਟਰਾਮਾ ਹੁੰਦੀ ਆ, ਮਤਲਬ ਵੀ ਜਿਹੜੀ ਟਰਾਮਾ ਆਪਣੇ ਪੇਰੈਂਟਸ ਨੇ ਐਂਡੋਰ ਕੀਤੀ ਆ, ਆਪਣੇ ਪਰਦਾਦਿਆਂ ਨੇ ਐਂਡੋਰ ਕੀਤੀ ਆ, ਉਹ ਵਿੱਚੋਂ ਆ ਕੇ ਆਪਣੇ ਵਿੱਚ ਆਉਂਦੀ ਆ, ਉਹਦਾ ਦਰਦ ਆਪਣੇ ਵਿੱਚ ਹੁੰਦਾ। ਸਭ ਤੋਂ ਵੱਡੀ ਗੱਲ ਇਹ ਮਹਿਸੂਸ ਕਰਨੀ ਪੈਂਦੀ ਆ ਵੀ ਜਿਹੜਾ ਟਰਾਮਾ ਤੇ ਮੈਂਟਲ ਹੈਲਥ ਹੁਣ ਜਵਾਕ ਫੇਸ ਕਰ ਰਹੇ ਨੇ, ਉਹ ਇਕੱਲੇ ਨਹੀਂ ਹੈਗੇ ਉਸ ਸਿਚੁਏਸ਼ਨ ਦੇ ਵਿੱਚ। ਤੁਸੀਂ ਵੀ ਫੇਸ ਕੀਤਾ ਹੋਇਆ, ਪਰ ਤੁਹਾਡਾ ਜਿਹੜਾ ਮੈਂਟਲ ਸਟਰਗਲ ਸੀ ਉਹ ਡਿਫਰੈਂਟ ਸੀ। ਸੋ ਆਪਾਂ ਨੂੰ ਇੱਕ ਦੂਜੇ ਵਾਸਤੇ ਕੰਪੈਸ਼ਨ, ਆਪਣੇ ਵਾਸਤੇ ਕੇਅਰ ਦਿਖਾਉਣ ਦੀ ਲੋੜ ਹੈ। ਤੇ ਮੰਨਣਾ ਚਾਹੀਦਾ ਵੀ ਜਿਵੇਂ ਆਪਾਂ ਡਾਕਟਰ ਦੇ ਕੋਲੇ ਜਾਂਦੇ ਹਾਂ ਜਦ ਆਪਾਂ ਫਲੂ ਦੇ ਹੁੰਦੇ ਹਾਂ ਜਾਂ ਸਿੱਕ ਹੁੰਦੇ ਹਾਂ, ਉਵੇਂ ਮੈਂਟਲ ਸਟਰਗਲਸ ਵੀ ਸੇਮ ਤਰੀਕੇ ਦੇ ਨਾਲ ਦੇਖਣੇ ਚਾਹੀਦੇ ਨੇ। ਕਿਉਂਕਿ ਜੇ ਤੁਹਾਡਾ ਦਿਮਾਗ ਚੱਲਦਾ ਨਹੀਂ, ਜੇ ਤੁਹਾਡਾ ਦਿਮਾਗ ਖੁਸ਼ ਨਹੀਂ ਹੈਗਾ, ਜ਼ਿੰਦਗੀ ਜਿਉਣੀ ਬਹੁਤ ਔਖੀ ਹੋ ਜਾਂਦੀ ਆ, ਬਾਡੀ ਵੀ ਖੜ ਜਾਂਦੀ ਆ ਉਹਦੇ ਨਾਲ। ਤਾਂ ਜਿੱਦਾਂ ਹੁਣ ਫੋਰ ਐਗਜ਼ਾਮਪਲ ਕੋਈ ਜਿਹੜਾ ਮੈਂਟਲ ਹੈਲਥ ਦੇ ਨਾਲ ਜੂਝ ਰਿਹਾ ਵਾ, ਉਹਨੂੰ ਡਿਪਰੈਸ਼ਨ ਹੋ ਰਹੀ ਹੈ, ਕੀ ਉਹਦੇ ਨਾਲ ਉਹਨੂੰ ਫਿਜ਼ੀਕਲ ਪ੍ਰੋਬਲਮਸ ਵੀ ਆ ਸਕਦੀਆਂ, ਫਿਜ਼ੀਕਲ ਬਿਮਾਰੀਆਂ ਵੀ ਹੋ ਸਕਦੀਆਂ ਵਾ? ਯੈਸ 100%। ਜਦ ਤੁਹਾਡਾ ਦਿਮਾਗ ਮੇਨ ਸੈਂਟਰ ਆ ਬਾਡੀ ਨੂੰ ਕੰਟਰੋਲ ਕਰਨ ਲਈ, ਇਹਦੇ ਨਾਲ ਹੀ ਤੁਹਾਡੀ ਇਮੋਸ਼ਨਸ, ਰਿਐਕਸ਼ਨਸ, ਸਾਰਾ ਕੁਝ ਤੁਹਾਡੇ ਦਿਮਾਗ ਤੋਂ ਚੱਲਦਾ। ਆਫ ਕੋਰਸ ਤੁਹਾਡੀ ਬਾਡੀ ਇਫੈਕਟ ਹੋਊਗੀ। ਜਦ ਤੁਸੀਂ ਡਿਪਰੈਸ਼ਨ ਦੇ ਵਿੱਚ ਹੁੰਦੇ ਹੋ, ਬੈੱਡ ਤੋਂ ਉੱਠਣਾ ਔਖਾ ਹੋ ਜਾਂਦਾ, ਕਿਸੇ ਦੇ ਨਾਲ ਗੱਲਾਂ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ, ਖਾਣਾ ਔਖਾ ਹੋ ਜਾਂਦਾ। ਜਦ ਤੁਹਾਡੇ ਬਾਡੀ 'ਚ ਨਿਊਟ੍ਰੀਐਂਟਸ ਨਹੀਂ ਆਉਣਗੇ, ਤੁਹਾਡੀ ਨਾਰਮਲ ਕਪੈਸਿਟੀ ਨਹੀਂ ਫਿਲ ਹੋਗੀ, ਫਿਰ ਤਾਂ ਬਾਡੀ ਤੇ ਇਫੈਕਟ ਪਊਗਾ, ਜ਼ਰੂਰ ਪਊ। ਤੇ ਜਿੱਦਾਂ ਹੁਣ ਕਿਹਾ ਜਾਂਦਾ ਵਾ ਫੋਰ ਐਗਜ਼ਾਮਪਲ ਕੋਈ ਜਿਹੜਾ ਮੈਂਟਲ ਹੈਲਥ ਦਾ ਸ਼ਿਕਾਰ ਹੋ ਗਿਆ, ਉਹਨੂੰ ਡਿਪਰੈਸ਼ਨ ਆ, ਕੀ ਉਹਦੇ ਡਿਪਰੈਸ਼ਨ ਨੂੰ ਦਿਖਾਉਣ ਦੇ ਤਰੀਕੇ ਡਿਫਰੈਂਟ ਹੋ ਸਕਦੇ ਆ? ਕਿਸੇ ਨੂੰ ਈਟਿੰਗ ਡਿਸਆਰਡਰ ਹੋ ਗਿਆ, ਕਈਆਂ ਨੂੰ ਹੁੰਦਾ ਵਾ ਕਿ ਅਸੀਂ ਕੁਛ ਬਸ ਇੱਦਾਂ ਦਾ ਕਰ ਲਈਏ ਜਿਹਦੇ ਨਾਲ ਸਾਡੇ ਐਡਰੀਨਲ ਰਸ਼ ਆ ਜਾਵੇ, ਰਿਸਕ ਇੱਦਾਂ ਦੇ ਲੈਣ ਲੱਗ ਜਾਂਦੇ ਆ, ਲਾਈਕ ਫੋਰ ਐਗਜ਼ਾਮਪਲ ਕਲਿਫ ਜੰਪਿੰਗ ਕਰਨ ਲੱਗ ਜਾਂਦੇ ਆ। ਤੁਹਾਨੂੰ ਲੱਗਦਾ ਵਾ ਕਿ ਉਹ ਅਲੱਗ-ਅਲੱਗ ਤਰੀਕੇ ਹੁੰਦੇ ਆ ਉਹਨੂੰ ਬਿਆਨ ਕਰਨ ਦੇ? ਯੈਸ ਆਫ ਕੋਰਸ। ਸੋ ਜਿਹੜਾ ਮੈਂਟਲ ਸਟਰਗਲਸ ਨੇ ਤੇ ਮੈਂਟਲ ਹੈਲਥ ਹੈ, ਇਹ ਸਾਰਿਆਂ ਦੀ ਇੰਡੀਵਿਜੂਅਲ ਜਰਨੀ ਆ। ਹਰ ਇੱਕ ਬੰਦੇ ਦਾ ਮੈਂਟਲ ਸਟਰਗਲ ਡਿਫਰੈਂਟ ਆ ਇੱਕ ਦੂਜੇ ਦੇ ਨਾਲੋਂ। ਤੇ ਉਹ ਬਸ ਸਮਝਣਾ ਹੁੰਦਾ ਵੀ ਤੁਹਾਡਾ ਸਟਰਗਲ ਤੇ ਤੁਹਾਡਾ ਆਪਦੇ ਬਾਰੇ ਸਮਝਣਾ ਕੀ ਆ, ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ ਰੱਖਦੀਆਂ ਉਹ ਕੀ ਨੇ, ਜਿਹੜੀਆਂ ਚੀਜ਼ਾਂ ਤੁਹਾਨੂੰ ਤੰਗ ਕਰਦੀਆਂ ਉਹ ਕੀ ਨੇ, ਤੇ ਉਹਨਾਂ ਨੂੰ ਅਵੋਇਡ ਕਰਨਾ ਕਿਵੇਂ ਕਰਨਾ। ਤੇ ਜਦ ਤੁਹਾਡਾ ਸਟਰਗਲ ਆਉਂਦਾ, ਜਦ ਤੁਸੀਂ ਕੋਈ ਐਂਗਜ਼ਾਇਟੀ ਦੇ ਵਿੱਚੋਂ, ਡਿਪਰੈਸ਼ਨ ਦੇ ਵਿੱਚੋਂ, ਜਿਹੜੀ ਮਰਜ਼ੀ ਚੀਜ਼ ਹੋਵੇ, ਜੇ ਤੁਸੀਂ ਲੰਘਦੇ ਹੋਵੋ, ਤੁਸੀਂ ਕੀ ਕਰਨਾ ਉਹਦੇ ਵਿੱਚੋਂ ਨਿਕਲਣ ਲਈ? ਤੁਹਾਡੇ ਕੀ ਢੰਗ ਨੇ ਉਹਨਾਂ ਦੇ ਵਾਸਤੇ, ਤੁਹਾਡੇ ਸਪੋਰਟ ਕੀ ਨੇ, ਤੁਹਾਡਾ ਸੈਲਫ ਕੇਅਰ ਰੂਟੀਨਸ ਕੀ ਨੇ, ਉਹ ਚੀਜ਼ਾਂ ਸਭ ਤੋਂ ਵੱਧ ਇੰਪੋਰਟੈਂਟ ਹੁੰਦੀਆਂ ਨੇ। ਸੋ ਆ ਬੇਸਿਕ ਫੈਕਟਰਸ ਹੋ ਗਏ ਜਿਹੜੇ ਤੁਹਾਡੇ ਮੈਂਟਲ ਹੈਲਥ ਨੂੰ ਡਰਾਈਵ ਕਰਦੇ ਆ। ਤੇ ਜਿੱਦਾਂ ਹੁਣ ਆਪਾਂ ਗੱਲ ਕੀਤੀ ਆ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਆਪਣੀ ਜਿਹੜੀ ਡਿਪਰੈਸ਼ਨ ਨੂੰ ਬਾਹਰ ਦਿਖਾਉਂਦੇ ਆ। ਆਪਾਂ ਕਿੰਨੀ ਵਾਰ ਵਰਡ ਹੁਣ ਯੂਜ਼ ਕਰ ਚੁੱਕੇ ਹਾਲੇ ਤੱਕ, ਕੀ ਆ? ਡਿਪਰੈਸ਼ਨ ਹੋ ਗਿਆ, ਐਂਗਜ਼ਾਇਟੀ ਹੋ ਗਈ, ਰਾਈਟ? ਤੇ ਡਿਪਰੈਸ਼ਨ ਤੇ ਐਂਗਜ਼ਾਇਟੀ ਨੂੰ ਉੱਦਾਂ ਤਾਂ ਆਪਾਂ ਸਾਈਮਲਟੇਨੀਅਸਲੀ ਨਾਲ ਲੈ ਕੇ ਚੱਲਦੇ ਆ, ਸਾਰੇ ਕਹਿੰਦੇ ਮੈਨੂੰ ਡਿਪਰੈਸ਼ਨ ਐਂਗਜ਼ਾਇਟੀ ਆ, ਰਾਈਟ? ਪਰ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਵਿੱਚ ਫਰਕ ਕੀ ਆ? ਸੋ ਐਂਗਜ਼ਾਇਟੀ ਇੱਕ ਤਰ੍ਹਾਂ ਦੀ ਫੀਲਿੰਗ ਆਉਂਦੀ ਆ ਤੁਹਾਡੇ ਢਿੱਡ ਦੇ ਵਿੱਚ, ਜਦ ਕਹਿੰਦੇ ਨੇ ਵੀ ਜਿਵੇਂ ਬਟਰਫਲਾਈਜ਼ ਹੋ ਜਾਂਦੇ ਨੇ, ਜਦ ਤੁਹਾਡਾ ਗਲ ਭਾਰਾ ਹੋ ਜਾਂਦਾ, ਤੁਹਾਨੂੰ ਆਪਣੀ ਫਿਊਚਰ ਦੇ ਬਾਰੇ ਟੈਨਸ਼ਨ ਹੋ ਜਾਂਦੀ ਵੀ ਮੇਰੀ ਫਿਊਚਰ ਦੇ ਵਿੱਚ ਕੀ ਹੋਊਗਾ, ਉਹ ਐਂਗਜ਼ਾਇਟੀ ਆ। ਡਿਪਰੈਸ਼ਨ ਇੱਕ ਤਰ੍ਹਾਂ ਦੀ ਬਿਮਾਰੀ ਆ ਜਿੱਥੇ ਤੁਹਾਨੂੰ ਲੋਨਲੀਨੈਸ ਪੈਦਾ ਹੋ ਜਾਂਦੀ ਆ, ਜਿੱਥੇ ਕੋਈ ਚੀਜ਼ ਦੇ ਵਿੱਚ ਤੁਹਾਨੂੰ ਖੁਸ਼ੀ ਨਹੀਂ ਦਿਖਦੀ। ਐਂਗਜ਼ਾਇਟੀ ਉਹਦੇ ਨਾਲ ਜੁੜ ਜਾਂਦੀ ਹੈ, ਪਰ ਉਹ ਦੋਨੇ ਇੰਟਰਚੇਂਜੇਬਲ ਨਹੀਂ ਹੈਗੀ, ਸੇਮ ਚੀਜ਼ ਨਹੀਂ ਹੈਗੀ। ਜਿਹੜੀ ਐਂਗਜ਼ਾਇਟੀ ਹੈ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਵੀ ਲੈ ਕੇ ਜਾ ਸਕਦੇ ਹਾਂ। ਸੋ ਜਦ ਆਪਾਂ ਟੈਸਟ ਲਿਖਣੇ ਹੁੰਦੇ ਨੇ, ਐਗਜ਼ਾਮ ਲਿਖਣੇ ਹੁੰਦੇ ਨੇ, ਸਪੋਰਟਸ ਖੇਡਦੇ ਹਾਂ, ਉਦੋਂ ਆਪਾਂ ਨੂੰ ਐਂਗਜ਼ਾਇਟੀ ਹੁੰਦੀ ਹੈ, ਉਹ ਇੱਕ ਪੋਜ਼ਿਟਿਵ ਐਂਗਜ਼ਾਇਟੀ ਹੁੰਦੀ ਹੈ ਵੀ ਆਪਾਂ ਫਿਊਚਰ ਦੇ ਬਾਰੇ ਸੋਚਦੇ ਹਾਂ ਵੀ ਆਪਾਂ ਕਿਵੇਂ ਪਰਫਾਰਮ ਕਰਨਾ। ਪਰ ਜਿਹੜੀ ਨੈਗੇਟਿਵ ਐਂਗਜ਼ਾਇਟੀ ਅੱਜ ਕੱਲ੍ਹ ਜਿਨ੍ਹਾਂ ਦੇ ਨਾਲ ਅਫੈਕਟ ਕਰ ਰਹੇ ਹਾਂ ਤੇ ਆਪਾਂ ਹਾਈਲਾਈਟ ਕਰ ਰਹੇ ਹਾਂ, ਉਹ ਇੱਕ ਤਰ੍ਹਾਂ ਦੀ ਐਂਗਜ਼ਾਇਟੀ ਹੈ ਵੀ ਜਿੱਥੇ ਤੁਸੀਂ ਆਪਣੀ ਫਿਊਚਰ ਦੇ ਬਾਰੇ ਸੋਚ ਕੇ ਡਰ ਰਹੇ ਹੋ ਵੀ ਮੇਰੀ ਫਿਊਚਰ ਦੇ ਵਿੱਚ ਕੀ ਹੋਊਗਾ। ਤੇ ਡਿਪਰੈਸ਼ਨ ਇੱਕ ਇਹੋ ਜਿਹੀ ਚੀਜ਼ ਹੈ, ਜਦ ਤੁਸੀਂ ਡੂੰਘੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹੋ, ਫਿਰ ਤਾਂ ਤੁਹਾਡੇ ਕੋਲ ਕਿਸੇ ਦੇ ਨਾਲ ਗੱਲ ਕਰਨ ਦੀ, ਉੱਠਣਾ ਬੈੱਡ ਤੋਂ,
ਆਪਦੇ ਕੇਅਰ ਕਰਨੀ ਆਪਦੇ ਬਾਰੇ, ਕੋਈ ਵੀ ਚੀਜ਼ ਜਿੰਨਾ 'ਚ ਤੁਹਾਨੂੰ ਖੁਸ਼ੀ ਲਿਆਉਂਦੀ ਸੀ ਉਹ ਐਗਜ਼ਿਸਟ ਨਹੀਂ ਕਰਦੀਆਂ। ਤੇ ਉਹਦੇ ਵਿੱਚੋਂ ਫਿਰ ਨਿਕਲਿਆ ਕਿੱਦਾਂ ਜਾਵੇ? ਕਈ ਹੁਣ ਆਪਣੇ ਕਿਹੜੇ ਸਟਿਗਮਾ ਹੀ ਬਣਿਆ ਹੋਇਆ ਵਾ, ਜੇਕਰ ਕੋਈ ਸਾਈਕੋਲੋਜਿਸਟ ਕੋਲ ਜਾ ਰਿਹਾ, ਕੋਈ ਕਾਉਂਸਲਰ ਕੋਲ ਜਾ ਰਿਹਾ, ਦਿਮਾਗ ਤੋਂ ਖਰਾਬ ਆ, ਇਹ ਤਾਂ ਕਾਉਂਸਲਿੰਗ ਲੈਂਦਾ, ਇਹ ਦਿਮਾਗ ਨਹੀਂ ਹੋਣਾ ਇਹਦਾ, Yeah, ਇਹ ਪਾਗਲ ਹੋ ਗਿਆ yeah, ਸਮਥਿੰਗ। ਉਹਦਾ ਹੱਲ ਕੀ ਕੀਤਾ ਜਾਵੇ? ਕਿੱਦਾਂ ਕਮਿਊਨਿਟੀ ਨੂੰ ਐਨਲਾਈਟਨ ਕੀਤਾ ਜਾਵੇ ਕਿ ਮੈਂਟਲ ਹੈਲਥ ਇਜ਼ ਸਮਥਿੰਗ, ਤੇ ਉਹਦੇ ਬਾਰੇ ਜਿੰਨੀ ਦੇਰ ਤੱਕ ਆਪਾਂ ਕੁਝ ਕਰਾਂਗੇ ਨਹੀਂ, ਉਨੀ ਦੇਰ ਤੱਕ ਉਹਨੇ ਠੀਕ ਨਹੀਂ ਹੋਣਾ, ਵੱਧ ਹੀ ਜਾਣਾ ਆ। ਮੈਂ ਰੋਮੇ ਇੱਕ ਗੱਲ ਕਹਿ ਸਕਦਾ ਵੀ ਜਿਹੜੇ ਸਟੈਟਿਸਟਿਕਸ ਨੇ, ਨੰਬਰਸ ਨੇ, ਜੀ। ਜੇ ਉਹਨਾਂ ਦੇ ਹਿਸਾਬ ਤੇ ਹੀ ਚੱਲੀਏ ਫਿਰ ਤਾਂ ਆਪਣੀ ਕਮਿਊਨਿਟੀ ਦੀ ਅੱਖਾਂ ਹੁਣ ਤੱਕ ਖੁੱਲਣੀਆਂ ਚਾਹੀਦੀਆਂ ਸੀ। ਕਿੰਨੇ ਹੱਦ ਤੱਕ ਇੰਟਰਨੈਸ਼ਨਲ ਸਟੂਡੈਂਟਸ, ਕਿੰਨੇ ਆਪਣੀ ਕਮਿਊਨਿਟੀ ਦੇ ਮੈਂਬਰਸ, ਕਿੰਨਿਆਂ ਨੇ ਆਪਣੀਆਂ ਜ਼ਿੰਦਗੀਆਂ ਗਵਾਈਆਂ ਨੇ ਮੈਂਟਲ ਹੈਲਥ ਦੇ ਸਟਰਗਲਸ ਦੇ ਵਿੱਚ। ਕਿੰਨੀਆਂ ਆਪਣੀਆਂ ਭੈਣਾਂ ਨੇ ਡੋਮੈਸਟਿਕ ਵਾਇਲੈਂਸ ਦੇ ਹੇਠਾਂ ਆ ਕੇ ਸੁਸਾਈਡ ਕਮਿਟ ਕੀਤੀ ਹੈ। ਕਿੰਨੀਆਂ ਆਪਣੇ ਜਿਹੜੇ ਭਰਾ ਨੇ ਉਹਨਾਂ ਦੇ ਐਲਕੋਹਲਿਜ਼ਮ ਦੇ ਆ ਕੇ ਉਹਨਾਂ ਦੇ ਘਰ ਬਰਬਾਦ ਹੋਏ ਨੇ। ਇਹ ਸਾਰੀਆਂ ਚੀਜ਼ਾਂ ਉਹੀ ਨਹੀਂ ਪੈਦਾ ਹੁੰਦੀਆਂ। ਥੀਸ ਆਰ ਆਲ ਮੈਂਟਲ ਸਟਰਗਲਸ। ਜਦ ਤੱਕ ਆਪਾਂ ਰੀਅਲਾਈਜ਼ ਨਹੀਂ ਕਰਦੇ ਵੀ ਆਪਣੀ ਕਮਿਊਨਿਟੀ ਇਹਨਾਂ ਦੇ ਕਰਕੇ ਡੁੱਬ ਰਹੀ ਆ, ਫਿਰ ਆਪਾਂ ਇਹਦੇ ਵਿੱਚੋਂ ਨਿਕਲ ਨਹੀਂ ਸਕਦੇ। ਉਦੋਂ ਤੱਕ ਆਪਾਂ ਜਦ ਤੱਕ ਰੀਅਲਾਈਜ਼ ਨਹੀਂ ਕਰਦੇ ਵੀ ਇਹ ਬਹੁਤ ਇੰਪੋਰਟੈਂਟ ਆ, ਜਿਵੇਂ ਆਪਣੀ ਬਾਡੀ ਦੀ ਕੇਅਰ ਆ ਉਵੇਂ ਆਪਣੀ ਦਿਮਾਗ ਦੀ ਕੇਅਰ ਆ। ਇਟ ਗੋਜ਼ ਹੈਂਡ ਇਨ ਹੈਂਡ। ਜਿਹੜੀ ਤੁਸੀਂ ਪੈਡਸਟਲ ਤੇ ਡਾਕਟਰਾਂ ਨੂੰ ਰੱਖਦੇ ਹੋ, ਜਿਵੇਂ ਆਪਾਂ ਡਾਕਟਰਾਂ ਨੂੰ ਸਮਝਦੇ ਆਪਣੇ ਕਹਿੰਦੇ ਵੀ ਡਾਕਟਰ ਬਣੋ, ਆਏ ਬਣੋ, ਉਵੇਂ ਸਾਈਕੋਲੋਜਿਸਟ ਨੇ, ਉਵੇਂ ਸਾਈਕਾਇਟਰਿਸਟ ਨੇ, ਉਵੇਂ ਕਾਉਂਸਲਰ ਨੇ, ਉਹ ਵੀ ਤੁਹਾਡੀ ਦੇਖ ਤੇ ਭਾਲ ਵਾਸਤੇ ਹੀ ਨੇ ਉੱਥੇ। ਤੇ ਪਰ ਜਿੱਦਾਂ ਤੁਸੀਂ ਕਿਹਾ ਕਿ ਰਿਅਲਾਈਜ਼ੇਸ਼ਨ ਹੋਣੀ ਚਾਹੀਦੀ ਆ, ਰਿਅਲਾਈਜ਼ੇਸ਼ਨ ਸ਼ੁਰੂ ਕਿੱਥੋਂ ਕੀਤੀ ਜਾਵੇ? ਲਾਈਕ ਕਮਿਊਨਿਟੀ ਦੇ ਵਿੱਚ ਉਹ ਇੱਕ ਵੇਵ ਆ ਜਿਹੜੀ ਉਹ ਕਿੱਦਾਂ ਲਿਆਈ ਜਾਵੇ? ਗੱਲਾਂ ਬਾਤਾਂ ਦੇ ਨਾਲ। ਜਦ ਤੱਕ ਆਪਣੇ ਫਾਦਰਸ, ਆਪਣੇ ਬ੍ਰਦਰਸ, ਆਪਣੇ ਮਦਰਸ, ਆਪਣੀਆਂ ਭੈਣਾਂ ਆਪਸ ਵਿੱਚ ਗੱਲਾਂ ਨਹੀਂ ਕਰਦੀਆਂ ਤੇ ਆਪਣੇ ਵਿੱਚ ਦੱਸਦੇ ਨਹੀਂਗੇ ਵੀ ਜ਼ਿੰਦਗੀ ਦੇ ਵਿੱਚ ਹੋ ਕੀ ਰਿਹਾ, ਉਦੋਂ ਤੱਕ ਕੋਈ ਹੱਲ ਨਹੀਂ ਹੋਣਾ। ਆਪਾਂ ਜਦ ਐਜ਼ ਅ ਮੈਨ ਆਪਣੀ ਕਮਿਊਨਿਟੀ ਦੇ ਵਿੱਚ ਜਦ ਆਪਾਂ ਹਾਊਸ ਹੋਲਡ ਬ੍ਰੈਡ ਵਿਨਰ ਬਣ ਜਾਂਦੇ ਹਾਂ, ਆਪਾਂ ਘਰ ਦੀ ਸੰਭਾਲ ਰੱਖਣ ਲੱਗ ਜਾਂਦੇ ਹਾਂ, ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਆਪਣੀ ਇਮੋਸ਼ਨ ਲੁਕੋ ਕੇ ਰੱਖਣੀ ਆ। ਆਪਣੇ ਭਾਵੇਂ 100 ਔਖੀ ਚੀਜ਼ਾਂ ਦੇ ਵਿੱਚੋਂ ਲੰਘਦੇ ਹੋਵਾਂ ਆਪਾਂ ਪਰਿਵਾਰ ਨੂੰ ਕਦੇ ਨਹੀਂ ਦੱਸਦੇ। ਜਦ ਤੱਕ ਉਹ ਐਂਡ ਤੱਕ ਇੰਨਾ ਪਹੁੰਚ ਜਾਂਦਾ ਵੀ ਆਪਣੇ ਕੋਲ ਹੱਦ ਤੋਂ ਕੰਟਰੋਲ ਹੀ ਨਹੀਂ ਹੁੰਦੀ। ਕਿਉਂ ਨਾ ਆਪਾਂ ਸ਼ੇਅਰ ਕਰੀਏ ਆਪਣੇ ਫੈਮਿਲੀ ਦੇ ਨਾਲ, ਕਿਉਂ ਨਾ ਦੱਸੀਏ ਵੀ ਮੇਰੇ ਨਾਲ ਆਹ ਹੋ ਰਿਹਾ, ਵੀ ਆਪਣੇ ਇਹਦੇ ਢੱਲ ਆਪਾਂ ਕੀ ਕਰ ਸਕਦੇ ਇਹਨਾਂ ਦੇ ਵਾਸਤੇ, what's the way of getting out of it। ਤੇ of course ਜੇ ਤੁਹਾਡੀ ਫੈਮਿਲੀ ਤੁਹਾਡੇ ਨਾਲ ਸਪੋਰਟਿਵ ਆ, ਤੁਹਾਡੇ ਆਲੇ ਦੁਆਲੇ ਨੇ, they will offer you ways। ਤੁਸੀਂ ਜ਼ਿਆਦਾ ਗੱਲ ਕਰੋਗੇ, ਆਪਸ ਵਿੱਚ ਅੰਡਰਸਟੈਂਡਿੰਗ ਕਰੋਗੇ, ਕੰਪੈਸ਼ਨ ਆਊਗਾ, ਪਰਿਵਾਰ ਸਮਝੂਗਾ। ਜਿਹੜੇ ਤੁਹਾਡੇ ਔਖ ਦੇ ਵਿੱਚੋਂ ਤੁਸੀਂ ਨਿਕਲ ਰਹੇ ਹੋ, ਉਹ ਤੁਸੀਂ ਕਿਸੇ ਨਾਲ ਡਿਸਕਸ ਕਰਕੇ ਆਪਦੇ ਨਾਲ ਹੌਲਾ ਕਰ ਸਕਦੇ ਹੋ। ਜਿੱਦਾਂ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਵੀ ਪੁੱਛਿਆ ਸੀਗਾ, ਜਿੱਦਾਂ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਸਟਿਗਮਾ ਵੱਧ ਚੁੱਕਾ ਵਾ ਕਿ ਆਪਾਂ ਮੈਂਟਲ ਹੈਲਥ ਨੂੰ ਲਾਈਟਲੀ ਲੈ ਜਾਂਦੇ ਆ, ਸਪੈਸ਼ਲੀ ਆਪਣੇ ਜਿਹੜੇ ਪੇਰੈਂਟਸ ਆ। ਸੋ ਜੇਕਰ ਕਿਸੇ ਬੱਚੇ ਨੇ ਆਪਣੇ ਪੇਰੈਂਟਸ ਨਾਲ ਗੱਲ ਕਰਨ ਦੀ ਟਰਾਈ ਕੀਤੀ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹਨਾਂ ਨੇ ਕਹਿੰਦਾ ਜਾਂ ਸੈਰ ਸੂਰ ਕਰਿਆ ਜਾਂ ਗਲਾਸ ਪਾਣੀ ਦਾ ਪੀ, ਠੀਕ ਹੋ ਜਾਣਾ, ਉਦੋਂ ਫਿਰ ਉਦੋਂ ਤੁਸੀਂ ਹੋਰ ਲੋਨਲੀ ਫੀਲ ਕਰਨ ਲੱਗ ਜੂਗੇ ਕਿ ਮੇਰੇ ਤਾਂ ਘਰ ਦੇ ਨਹੀਂ ਮੈਨੂੰ ਸਮਝਦੇ। ਸੋ ਉਸ ਪੁਆਇੰਟ ਤੇ ਆ ਕੇ ਕੋਈ ਬੱਚਾ ਕੀ ਕਰੇ? ਯੂ ਸੀਕ ਹੈਲਪ। ਤੁਹਾਡੇ ਕੋਲੇ ਹੁਣ ਬਹੁਤ ਸਪੋਰਟਸ ਨੇ। ਆਪਾਂ ਐਜ ਏ ਕੰਟਰੀ ਦੇ ਵਿੱਚ ਰਹਿ ਲਏ ਹਾਂ ਵੀ ਜੇ ਤੁਸੀਂ ਆਪਦਾ ਫੋਨ ਵੀ ਚੱਕ ਕੇ ਡਾਇਲ ਕਰੋਗੇ ਨੰਬਰ, ਤਾਂ ਤੁਹਾਨੂੰ ਸਪੋਰਟਸ ਮਿਲ ਸਕਦੇ ਨੇ। ਜਿਹੜੇ BC ਦੇ ਵਿੱਚ ਲਾਈਨਸ ਕ੍ਰੀਏਟ ਕੀਤੀਆਂ ਗਈਆਂ ਨੇ, ਸੁਸਾਈਡ ਹੌਟਲਾਈਨਸ ਕ੍ਰੀਏਟ ਕੀਤੀਆਂ ਗਈਆਂ ਨੇ, ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਐਟ ਦੀ ਐਂਡ ਆਫ ਦ ਸ਼ੋ ਵਿਲ ਪ੍ਰੋਵਾਈਡ ਆਲ ਆਫ ਦੋਜ਼ ਰਿਸੋਰਸਿਸ ਐਜ਼ ਵੈਲ, ਵੀ ਜਿੱਥੇ ਤੁਸੀਂ ਕਿਸੇ ਦੇ ਨਾਲ ਜਾ ਕੇ ਕਾਉਂਸਲਰ ਦੇ ਨਾਲ ਗੱਲ ਕਰ ਸਕਦੇ ਹੋ, ਹੌਟਲਾਈਨ ਦੇ ਨਾਲ ਗੱਲ ਕਰ ਸਕਦੇ ਹੋ। ਯੂ ਹੈਵ ਸਪੋਰਟਸ ਅਵੇਲੇਬਲ ਜਿੱਥੇ ਤੁਸੀਂ ਜਾ ਕੇ ਆਪਦਾ ਮਨ ਹੌਲਾ ਕਰ ਸਕਦੇ ਹੋ। ਤੇ ਪਰਾਜ, ਜਿੱਦਾਂ ਹੁਣ ਮੈਂ ਪਹਿਲਾਂ ਗੱਲ ਕੀਤੀ ਸੀਗੀ ਸੁਸਾਈਡ ਦੀ, ਜਦੋਂ ਕੋਈ ਵੀ ਸੁਸਾਈਡ ਬਾਰੇ ਸੋਚਦਾ ਵਾ, ਉਹਦੀ ਮੈਂਟਲ ਸਟੇਟ ਕਿਹੋ ਜਿਹੀ ਹੋ ਜਾਂਦੀ ਆ ਕਿ ਉਹ ਇੰਨੇ ਐਕਸਟ੍ਰੀਮ ਤੱਕ ਪਹੁੰਚ ਜਾਂਦਾ ਆ? ਤੁਹਾਡੀ ਜਿਹੜੀ ਮੈਂਟਲ ਸਟੇਟ ਸੁਸਾਈਡੈਲਿਟੀ ਦੇ ਹੇਠਾਂ ਜਦ ਹੁੰਦੀ ਆ, ਤੁਹਾਨੂੰ ਹੋਰ ਕੁਛ ਨਹੀਂ ਦਿਖਦਾ। ਤੁਸੀਂ ਇੰਨੇ ਦੁੱਖ ਦੇ ਵਿੱਚੋਂ ਨਿਕਲਦੇ ਹੋ, ਇੰਨੇ ਜ਼ਿੰਦਗੀ ਤੁਹਾਡੀ ਔਖੀ ਹੋ ਜਾਂਦੀ ਆ ਵੀ ਜਿਉਣਾ ਨਹੀਂ ਚਾਹੁੰਦੇ ਤੁਸੀਂ। ਜਿਹੜੀ ਜ਼ਿੰਦਗੀ ਹੈ ਕਿ ਹਿਊਮਨ ਦੇ ਵਾਸਤੇ, ਉਹ ਤੋਂ ਵੱਧ ਕੇ ਹੋਰ ਕੁਛ ਨਹੀਂ ਹੋ ਸਕਦਾ। ਜਿਹੜੀ ਆਪਾਂ ਹੈਪੀਨੈਸ ਲਿਆਉਂਦੇ ਹਾਂ ਆਪਦੇ ਆਪ ਵਾਸਤੇ, ਫੈਮਿਲੀ ਦੇ ਨਾਲ ਰਹਿੰਦੇ ਹਾਂ, ਸਪੋਰਟਸ ਬਣਾਉਂਦੇ ਹਾਂ, ਸਾਰੀ ਜ਼ਿੰਦਗੀ ਦੇ ਨਾਲ ਰਿਲੇਟਡ ਨੇ। ਜ਼ਿੰਦਗੀ ਦੇ ਵਿੱਚ ਸੌਖ ਲਿਆਉਣੀ, ਤੇ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਜੇ ਕਿਸੇ ਨੇ ਆਪਦੀ ਇਹ ਹੱਦ ਤੱਕ ਸੋਚ ਲਿਆ ਵੀ ਮੇਰੀ ਜ਼ਿੰਦਗੀ ਇੰਨੀ ਔਖੀ ਹੈ ਵੀ ਮੈਂ ਜਿਉਣਾ ਨਹੀਂ ਚਾਹੁੰਦਾ ਹੁਣ, ਉਹ ਕਿੰਨੇ ਔਖੇ ਸਮੇਂ ਦੇ ਵਿੱਚੋਂ ਨਿਕਲ ਰਹੇ ਹੋਣਗੇ। ਕਿੰਨੀਆਂ ਚੀਜ਼ਾਂ ਉਹਨਾਂ ਦੇ ਦਿਮਾਗ ਤੇ ਆਉਂਦੀਆਂ ਹੋਣਗੀਆਂ ਵੀ ਉਹਨਾਂ ਨੂੰ ਹੋਰ ਕੁਛ ਨਹੀਂ ਦਿਖਦਾ, ਸਿਰਫ ਇੱਕ ਮੌਤ ਦਿਖਦੀ ਹੈ ਇਹਦੇ ਵਿੱਚੋਂ ਨਿਕਲਣੀ। ਕਿ ਉਹ ਜਿਹੜਾ ਸਪਲਿਟ ਸੈਕਿੰਡ ਦਾ ਸਮਾਂ ਹੁੰਦਾ ਵਾ,
ਜਦੋਂ ਕਿਸੇ ਨੇ ਕਹਿਤਾ ਬਸ ਹੁਣ ਮੈਂ ਫਾਹਾ ਲੈ ਲਿਆ, ਜਾਂ ਹੁਣ ਮੈਂ ਬ੍ਰਿਜ ਤੋਂ ਛਾਲ ਮਾਰਨ ਲੱਗਾ ਵਾਂ, ਜਾਂ ਫਿਰ ਹੁਣ ਮੈਂ ਦਵਾਈ ਖਾ ਲਈ ਕੋਈ, ਜਿਹੜੇ ਉਹ ਸਪਲਿਟ ਸੈਕਿੰਡਸ ਨੇ ਉੱਥੇ ਇਹੋ ਜਿਹੀ ਕਿਹੜੀ ਚੀਜ਼ ਬੰਦਾ ਦਿਮਾਗ 'ਚ ਲੈ ਕੇ ਆਵੇ ਕਿ ਉਹਦੇ ਉਹ ਥੋਟਸ ਐਟਲੀਸਟ ਥੋੜੇ ਟਾਈਮ ਲਈ ਦੂਰ ਚਲ ਜਾਣ। ਜਿੱਦਾਂ ਮੈਂ ਆਪਣੀ ਗੱਲ ਕਰਦੀ ਆ ਹਨਾ, ਮੈਂ ਵੀ ਕਹਿੰਦੀ ਆ ਕਿ ਮੈਂ ਡਿਪਰੈਸ਼ਨ 'ਚੋਂ ਲੰਘੀ ਆ, ਮੈਨੂੰ ਵੀ ਕਈ ਵਾਰ ਐਂਗਜ਼ਾਇਟੀ ਹੋ ਜਾਂਦੀ ਆ, ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਬਟਰਫਲਾਈਜ਼ ਆ ਜਾਂਦੀਆਂ, ਮੈਂ ਕਰ ਪਾਉਂਗੀ ਨਹੀਂ ਕਰ ਪਾਉਂਗੀ, ਕਈ ਵਾਰ ਮੇਰੇ ਸੁਸਾਈਡਲ ਥੋਟਸ ਆਈਆਂ ਵਾ, ਹੁਣ ਵੀ ਚਲੋ ਆਉਂਦੀਆਂ ਰੱਬ ਦੀ ਮਿਹਰ ਨਾਲ। ਤੇ ਉਦੋਂ ਮੈਂ ਸੋਚਦੀ ਹੁੰਦੀ ਆ ਕਿ ਮੇਰੇ ਡੈਡੀ ਨੇ ਇਸ ਦਿਨ ਲਈ ਮੈਨੂੰ ਪਾਲਿਆ ਸੀਗਾ, ਜੇ ਮੈਂ ਚਲ ਗਈ ਤਾਂ ਮੇਰੇ ਡੈਡੀ ਦਾ ਕੀ ਬਣੂਗਾ। ਕੋਈ ਇਦਾਂ ਦੀ ਚੀਜ਼ ਜਿਹੜੀ ਉਹ ਸੋਚ ਸਕਣ ਤੇ ਉਹਦੇ ਨਾਲ ਉਹਨਾਂ ਦੇ ਥੋਟਸ ਕੁਛ ਟਾਈਮ ਲਈ ਰੁਕ ਜਾਣ, ਇਦਾਂ ਦੀ ਕਿਹੜੀ ਚੀਜ਼ ਹੋ ਸਕਦੀ ਆ? ਜ਼ਿੰਦਗੀ ਜਿਉਣ ਦੇ ਕਾਰਨ। ਸੋ ਹਰ ਇੱਕ ਬੰਦੇ ਦੇ ਡਿਫਰੈਂਟ ਰੀਜ਼ਨ ਹੁੰਦੇ ਨੇ ਵੀ ਤੁਸੀਂ ਜ਼ਿੰਦਗੀ ਕਾਹਤੇ ਜਿਉਂਦੇ ਹੋ। ਕਈ ਪੈਸੇ ਵਾਸਤੇ ਜਿਉਂਦੇ ਨੇ, ਕਈ ਪਰਿਵਾਰ ਵਾਸਤੇ ਜਿਉਂਦੇ ਨੇ, ਕਈ ਫਰੈਂਡਸ ਵਾਸਤੇ ਜਿਉਂਦੇ ਨੇ, ਕੋਈ ਹੈਪੀਨੈਸ ਵਾਸਤੇ ਜਿਉਂਦੇ ਨੇ। ਉਸ ਸਮੇਂ ਦੇ ਵਿੱਚ ਸਭ ਤੋਂ ਵੱਧ ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਆ ਵੀ ਤੁਹਾਡੇ ਜਾਣ ਤੋਂ ਬਾਅਦ ਕਿੰਨੇ ਲੋਕਾਂ ਤੇ ਇਫੈਕਟ ਹੋਊਗਾ ਤੇ ਤੁਹਾਡੀ ਜ਼ਿੰਦਗੀ ਜਿਉਣ ਦੇ ਕਾਰਨ ਉਹ ਕਿਵੇਂ ਇਫੈਕਟ ਪਾਉਣਗੇ ਸਾਰਿਆਂ ਤੇ। ਵੀ ਜਿਹੜੀ ਤੁਹਾਡੇ ਜਾਣ ਦੇ ਕਰਕੇ ਇਕੱਲੇ ਤੁਸੀਂ ਨਹੀਂ ਜਾ ਰਹੇ, ਤੁਹਾਡੇ ਨਾਲ ਤੁਹਾਡੀਆਂ ਮੈਮਰੀਜ਼, ਤੁਹਾਡੀ ਪਰਸਨੈਲਿਟੀ, ਤੁਹਾਡਾ ਪਰਸਨ, ਇੱਕ ਐਂਟਿਟੀ ਜਾ ਰਹੀ ਹੈ। ਸੋ ਜੇ ਤੁਸੀਂ ਇੱਕ ਸਮੇਂ ਤੱਕ ਪਹੁੰਚ ਗਏ ਵੀ ਜਿੱਥੇ ਤੁਸੀਂ ਚਾਹੁੰਦੇ ਹੋ ਵੀ ਮੈਂ ਮੇਰੀ ਜ਼ਿੰਦਗੀ ਲੈ ਲਵਾਂ, ਬਸ ਆਪਦੇ ਆਪ ਨੂੰ ਰਿਮਾਈਂਡ ਕਰੋ ਵੀ ਇਹ ਇਕੱਲੀ ਤੁਹਾਡੀ ਜ਼ਿੰਦਗੀ ਨਹੀਂ ਹੈਗੀ। you're here for a lot of people। ਆਲੇ ਦੁਆਲੇ ਤੁਹਾਡੇ ਬਹੁਤ ਨੇ ਜਿਹੜੇ ਤੁਹਾਡੇ ਤੇ ਭਰੋਸਾ ਕਰ ਰਹੇ ਨੇ, ਤੁਹਾਡਾ ਵੇਟ ਕਰ ਰਹੇ ਨੇ ਤੁਹਾਨੂੰ ਮਿਲਣ ਲਈ, ਉਹਨਾਂ ਨੂੰ ਯਾਦ ਕਰੋ। ਕਈ ਵਾਰ ਜਿੱਦਾਂ ਹੁਣ ਤੁਸੀਂ ਆਪ ਇੱਕ ਕਾਉਂਸਲਰ ਹੋ, ਕਦੀ ਤੁਹਾਡੇ ਕੋਲ ਕੋਈ ਇਦਾਂ ਦਾ ਕੇਸ ਆਇਆ ਹੋਵੇ ਜਿਨ੍ਹਾਂ ਨੇ ਸੁਸਾਈਡ ਕਮਿਟ ਕਰਨ ਦੀ ਟਰਾਈ ਕੀਤੀ ਹੋਵੇ ਬਟ ਉਹ ਅਸਫਲ ਰਹੇ ਹੋਣ? ਕੀ ਤੁਸੀਂ ਇਦਾਂ ਦਾ ਕੋਈ ਕੇਸ ਦੇਖਿਆ ਵਾ? ਯੈਸ। ਤੇ ਉਹਨਾਂ ਦੀ ਫਿਰ ਮੈਂਟਲ ਸਟੇਟ ਕਿਹੋ ਜਿਹੀ ਹੁੰਦੀ ਆ? ਉਹਨਾਂ ਨੂੰ ਕੀ ਪਛਤਾਵਾ ਹੁੰਦਾ ਵਾ ਕਿ ਉਹ ਬਚ ਗਏ, ਜਾਂ ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਆ ਕਿ ਸ਼ੁਕਰ ਆ ਅਸੀਂ ਇਹ ਸਟੇਟ ਵਿੱਚੋਂ ਨਿਕਲ ਗਏ ਆ? ਮੋਸਟ ਆਫ ਦਾ ਟਾਈਮ ਖੁਸ਼ੀ ਹੁੰਦੀ ਆ, ਕਿਉਂਕਿ ਉਹ ਰੀਅਲਾਈਜ਼ ਕਰਦੇ ਨੇ ਵੀ ਉਹ ਕਿੱਡੀ ਵੱਡੀ ਗਲਤੀ ਕਰਨ ਲੱਗੇ ਸੀਗੇ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜਦ ਤੁਹਾਡੀ ਇੱਕ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਦੇ ਵਿੱਚੋਂ ਨਿਕਲਦੇ ਹੋ, ਜਿਵੇਂ ਕਹਿੰਦੇ ਵੀ ਤੁਹਾਡੀਆਂ ਅੱਖਾਂ ਖੁੱਲ ਜਾਂਦੀਆਂ ਨੇ ਵੀ ਜ਼ਿੰਦਗੀ ਹੈਗੀ ਕੀ ਹੈ। ਤੇ ਮੋਸਟ ਆਫ ਦਾ ਟਾਈਮ ਉਹ ਸੋਚਦੇ ਵੀ ਮੈਂ ਇੱਕ ਨਾ ਇੱਕ ਤਰ੍ਹਾਂ ਬਚ ਗਿਆ, ਵੀ ਮੇਰਾ ਰੀਜ਼ਨ ਸੀਗਾ ਇੱਕ ਬਚਣ ਦਾ। ਕੀ ਤੁਹਾਨੂੰ ਲੱਗਦਾ ਜਿੱਦਾਂ ਹੁਣ ਆਪਾਂ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਵਾ ਉਹ ਬਹੁਤ ਲੋਕਾਂ ਨੂੰ ਡਰਾਈਵ ਕਰਦਾ ਆ, ਜੋ ਚੀਜ਼ ਆਪਾਂ ਦੇਖਦੇ ਆ ਉਹ ਚੀਜ਼ ਆਪਣੇ ਤੇ ਅਸਰ ਪਾਉਂਦੀ ਆ? ਕੀ ਤੁਹਾਨੂੰ ਲੱਗਦਾ ਕਿ ਜਿੱਦਾਂ ਹੁਣ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਲੋਕਾਂ ਨੂੰ ਇਨਫਲੂਐਂਸ ਕਰਦਾ? ਕਿਉਂਕਿ ਵੈਨ ਫੋਰ ਐਗਜ਼ਾਮਪਲ ਮੈਂ ਟਿਕਟੌਕ ਸਕਰੋਲ ਕਰਦੀ ਪਈ, ਐਵਰੀ ਥਰਡ ਫੋਰਥ ਵੀਡੀਓ ਇਜ਼ ਅਬਾਊਟ ਲਾਈਕ depression, sadness, loneliness, relationship breakups, right? Parents ਦੇ ਨਾਲ ਲੜਾਈ ਹੋ ਗਈ, every third fourth video is about that। ਤੁਹਾਨੂੰ ਲੱਗਦਾ ਕਿ ਉਹ ਚੀਜ਼ ਆਪਣੀ ਯੂਥ ਨੂੰ ਇਸ ਪਾਸੇ ਨੂੰ ਡਰਾਈਵ ਕਰਦੀ ਪਈ ਆ ਕਿ ਉਹ ਇੰਨੀ ਛੇਤੀ ਆਪਣੇ ਮਾਈਂਡ ਦੇ ਵਿੱਚ ਸੁਸਾਈਡਲ ਥਾਟਸ ਲਿਆਉਂਦੇ ਆ? ਕਿਉਂਕਿ ਆਪਾਂ ਜੇਕਰ ਆਪਣੀ ਪੁਰਾਣੀ ਪੀੜ੍ਹੀ ਦੀ ਗੱਲ ਕਰੀਏ, ਉਦੋਂ ਆਪਾਂ ਇਹ ਚੀਜ਼ਾਂ ਜਿਹੜੀਆਂ ਸੁਣਦੇ ਨਹੀਂ ਸੀਗੇ ਕਿ ਮੈਨੂੰ ਡਿਪਰੈਸ਼ਨ ਹੋ ਗਿਆ, ਕਿ ਮੈਨੂੰ ਐਂਗਜ਼ਾਇਟੀ ਹੋ ਗਈ, ਕਿ ਮੇਰੇ ਸੁਸਾਈਡਲ ਥਾਟਸ ਆ ਰਹੇ ਆ। ਸੋ ਰੋਮਨ, ਸਭ ਤੋਂ ਵੱਡੀ ਗੱਲ ਇਹ ਆ ਵੀ ਉਦੋਂ ਸੁਣਨ ਨੂੰ ਨਹੀਂ ਮਿਲਦਾ ਸੀ ਪਰ ਹੈਗਾ ਸੀਗਾ। ਹੁਣ ਆਪਾਂ ਕਿਸਾਨਾਂ ਦੇ ਬਾਰੇ ਗੱਲ ਕਰਨ ਲੱਗੀਏ ਜੀ, ਕਿੰਨੇ ਕਿਸਾਨਾਂ ਦੀਆਂ ਬਾਡੀਆਂ ਲੱਭਦੀਆਂ ਨੇ ਆਪਾਂ ਨੂੰ ਜੀ। ਉਹ ਸੁਸਾਈਡ ਹੀ ਹੋ ਜਾਂਦੀ ਆ, ਉਹਨਾਂ ਦਾ ਕਾਰਨ ਹੁੰਦਾ ਨਾ, ਪਰ ਉਦੋਂ ਗੱਲਾਂ ਨਹੀਂ ਹੁੰਦੀਆਂ। ਜੇ ਉਹ ਗੱਲ ਕਰ ਲੈਂਦੇ ਕਿਸੇ ਦੇ ਨਾਲ, ਪਿੰਡ 'ਚ ਦੱਸ ਦਿੰਦੇ ਵੀ ਮੈਂ ਔਖਾ, ਪਿੰਡ 'ਚੋਂ ਪੈਸੇ ਜੋੜ ਲੈਂਦੇ ਜ਼ਮੀਨਾਂ ਵੇਚਣ ਨੂੰ, ਉਹਨਾਂ ਨੂੰ ਥੋੜ੍ਹੀ ਜਿਹੀ ਸਮਾਂ ਤਾਂ ਸੌਖ ਮਿਲਦੀ, ਉਹਨਾਂ ਨੂੰ ਥੋੜ੍ਹੀ ਜਿਹੀ ਕਲੀਅਰਟੀ ਤਾਂ ਮਿਲਦੀ। ਪਰ ਹੁਣ ਜਦ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੀ, ਇੱਕ ਦੋ ਤਰੀਕੇ ਨੇ ਇਹਨੂੰ ਦੇਖਣ ਦੇ। ਜਿਹੜੀ ਫਾਊਂਡੇਸ਼ਨ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਸੀਂ ਉਹਨੂੰ ਕਿਵੇਂ ਲੇ ਕਰਦੇ ਹੋ। ਜੇ ਤੁਹਾਡਾ ਕੰਸਿਸਟੈਂਟਲੀ ਇੱਕ ਤਰ੍ਹਾਂ ਦਾ ਮੈਸੇਜ ਤੁਸੀਂ ਟਿਕਟੌਕ ਤੇ ਦੇਖ ਰਹੇ ਹੋ, ਇੰਸਟਾਗ੍ਰਾਮ ਤੇ ਦੇਖ ਰਹੇ ਹੋ, ਜਿਹੜੀ ਐਲਗੋਰਿਦਮ ਆ ਉਹਨੇ ਤੁਹਾਨੂੰ ਉਹੀ ਦਿਖਾਈ ਜਾਣਾ। ਜੇ ਤੁਸੀਂ ਇੱਕ ਤਰ੍ਹਾਂ ਨੂੰ ਉਹਨੂੰ ਚੇਂਜ ਕਰੋਗੇ, ਉਹਦੇ ਵਿੱਚੋਂ ਨਿਕਲੋਗੇ, ਡਿਫਰੈਂਟ ਤਰ੍ਹਾਂ ਦੀਆਂ ਵੀਡੀਓ ਦੇਖੋਗੇ, ਤੁਹਾਨੂੰ ਆਪੇ ਡਿਫਰੈਂਟ ਤਰ੍ਹਾਂ ਦੀਆਂ ਵੀਡੀਓ ਆਉਣਗੀਆਂ ਮੂਹਰੇ। ਤੇ ਹਰ ਇੱਕ ਵੀਡੀਓ ਨੂੰ ਜਦ ਤੁਸੀਂ ਦੇਖਣਾ, ਉਹਦਾ ਇੱਕ ਪਰਸਪੈਕਟਿਵ ਦੇਖਣਾ। Not everything is made for you। ਹਰ ਇੱਕ ਵੀਡੀਓ ਤੁਹਾਡੇ ਵਾਸਤੇ ਨਹੀਂ ਬਣਾਈ ਹੋਈ। ਜੇ ਕੋਈ ਐਂਗਜ਼ਾਇਟੀ ਤੇ ਡਿਪਰੈਸ਼ਨ ਦੇ ਬਾਰੇ ਗੱਲ ਕਰ ਰਿਹਾ, ਉਹਦੇ ਮਤਲਬ ਤੁਹਾਡੇ ਵਿੱਚ ਤਾਂ ਨਹੀਂ ਹੈਗੀ ਉਹ। they're just putting education information out there। ਸੋ ਉਹਨੂੰ ਉਵੇਂ ਹੀ ਦੇਖੋ ਵੀ ਉਹ ਐਜੂਕੇਸ਼ਨ ਤੇ ਇਨਫੋਰਮੇਸ਼ਨ ਆ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਸੋਸ਼ਲ ਮੀਡੀਆ ਕੈਨ ਬੀ ਅ ਵੈਰੀ ਟਰਬਲਿੰਗ ਥਿੰਗ।
ਜੇ ਤੁਸੀਂ ਉੱਠ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਲਟੀ ਮਿਲੀਅਨਰਸ, ਗੱਡੀਆਂ, ਇੰਨੇ ਵਕੇਸ਼ਨਸ, ਇਹ ਜਿਹੀਆਂ ਚੀਜ਼ਾਂ ਦੇਖੋਗੇ ਤੇ ਤੁਸੀਂ ਇੱਕ ਸਟਰਗਲਿੰਗ ਸਟੂਡੈਂਟ ਹੋ, ਆਫ ਕੋਰਸ ਤੁਹਾਡੇ ਤੇ ਸਟ੍ਰੈਸ ਪਊਗੀ ਵੀ ਮੈਂ ਕਾਹਤੇ ਨਹੀਂ ਇਹ ਜਿਹੀ ਜ਼ਿੰਦਗੀ ਜਿਉ ਰਿਹਾ। ਸੋ ਤੁਸੀਂ ਆਪਦੇ ਦਿਮਾਗ ਤੇ ਉਹੀ ਚੀਜ਼ਾਂ ਦਾ ਬੋਝ ਪਾਉਣਾ ਜਿਹੜੀਆਂ ਰੀਅਲਿਸਟਿਕ ਨੇ। ਸੋਸ਼ਲ ਮੀਡੀਆ ਇਜ਼ ਨਾਟ ਮੇਡ ਫॉर ਯੂ ਸਪੈਸੀਫਿਕਲੀ। ਲੋਕ ਜਿਹੜਾ ਕੰਟੈਂਟ ਕ੍ਰੀਏਸ਼ਨ ਆ ਉਹ ਇੱਕ ਜਨਰਲ ਪਬਲਿਕ ਨੂੰ ਇੰਟਾਈਸ ਕਰਨ ਲਈ ਹੁੰਦਾ, ਤੇ ਉਹਨੂੰ ਉਵੇਂ ਦੇਖੋ ਵੀ ਜਿਹੜੀ ਚੀਜ਼ ਤੋਂ ਇੰਟਾਈਸ ਹੋਣਾ ਉਹ ਸੱਚੀ ਆ ਜਾਂ ਨਹੀਂ। ਜਿੱਦਾਂ ਹੁਣ ਮੇਨ ਗੱਲ ਕਰੀਏ ਸਟੂਡੈਂਟਸ ਦੀ, ਜਿੱਦਾਂ ਹੁਣ ਤੁਸੀਂ ਸਟੂਡੈਂਟਸ ਕਿਹਾ, ਜਦੋਂ ਆਪਾਂ ਸਟੂਡੈਂਟਸ ਦੇ ਸਪੈਸੀਫਿਕਲੀ ਆਉਂਦੇ ਆ, ਇੱਦਾਂ ਦੇ ਕਿਹੜੇ ਫੈਕਟਰਸ ਆ ਤੁਹਾਡੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੀ ਮੈਂਟਲ ਹੈਲਥ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦਿੰਦੇ ਆ ਕਿ ਹਰ ਦੂਜਾ ਸਟੂਡੈਂਟ ਮੈਂਟਲ ਹੈਲਥ ਕੰਡੀਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ? ਵੈਲ ਫਰਸਟਲੀ ਤਾਂ ਜੇ ਕੋਈ ਵੀ ਇਹ ਗੱਲ ਨੂੰ ਸਮਝ ਨਹੀਂ ਸਕਦਾ, ਤੁਸੀਂ ਆਪ ਬੈਠ ਕੇ ਦੇਖੋ ਇੱਕ ਸਿਚੁਏਸ਼ਨ ਚੋਂ ਨਿਕਲਣਾ ਜਿੱਥੇ ਤੱਕ ਵੀ ਤੁਹਾਡੀ ਰੋਟੀ ਵੀ ਤੁਹਾਡੇ ਮੂਹਰੇ ਰੱਖੀ ਜਾਂਦੀ ਸੀਗੀ, ਹੁਣ ਤੁਹਾਨੂੰ 3 ਜੌਬਸ ਕਰਨੀਆਂ ਪੈਂਦੀਆਂ ਨੇ। ਕਈ ਲੋਕੀ ਪੈਸੇ ਰੱਖ ਲੈਂਦੇ ਨੇ ਤੁਹਾਡੇ, ਤੁਸੀਂ ਬੇਸਮੈਂਟਾਂ 'ਚ ਰਹਿ ਲਿਓ ਜਿੱਥੇ 5-6 ਇੱਕ ਰੂਮ 'ਚ ਰਹਿ ਰਹੇ ਨੇ। ਇਹ ਚੀਜ਼ਾਂ ਦਾ ਮੈਂਟਲ ਤੇ ਇਫੈਕਟ ਪਊਗਾ, ਸਾਰਿਆਂ ਦੇ ਪਊਗਾ, ਜਿਹੜਾ ਮਰਜ਼ੀ ਹਿਊਮਨ ਬੀਇੰਗ ਹੋਵੇ। ਹੁਣ ਜੇ ਮੈਂ ਇੱਥੋਂ ਕੈਨੇਡਾ ਛੱਡ ਕੇ ਇੰਡੀਆ ਮੂਵ ਹੋ ਜਾਵਾਂ ਤੇ ਮੈਨੂੰ ਉਹੀ ਕੰਡੀਸ਼ਨਸ ਇੰਡੀਆ 'ਚ ਹੋਣ, ਮੈਂ ਵੀ ਸਟ੍ਰੈਸ ਦੇ ਵਿੱਚੋਂ ਨਿਕਲਾਂ, ਮੈਨੂੰ ਵੀ ਟੈਨਸ਼ਨ ਹੋਵੇ, ਫਿਰ ਵੀ ਮੈਂ ਪੰਜਾਬ ਦਾ, ਮੈਨੂੰ ਵੀ ਹੋਊਗੀ ਟੈਨਸ਼ਨ, ਮੈਨੂੰ ਵੀ ਸਟ੍ਰੈਸ ਹੋਊਗੀ। ਸੋ ਅੰਡਰਸਟੈਂਡਿੰਗ ਦੈਟ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀਆਂ ਜ਼ਿੰਦਗੀਆਂ ਆਲਰੇਡੀ ਬਹੁਤ ਔਖੀਆਂ ਹੁੰਦੀਆਂ ਨੇ, ਘਰ ਛੱਡ ਕੇ ਕੋਈ ਛੋਟੀ ਗੱਲ ਨਹੀਂ ਹੈਗੀ। ਸੋ ਜਦ ਇੱਥੇ ਆਉਣਾ ਉਹਨਾਂ ਨੂੰ ਸਪੋਰਟ ਦੇਣੀ ਸਭ ਤੋਂ ਵੱਡੀ ਗੱਲ ਆ, ਨਾ ਕਿ ਉਹਨਾਂ ਨੂੰ ਹਾਈਲਾਈਟ ਕਰਨਾ ਜਿਹੜੇ ਨੈਗੇਟਿਵਸ ਨੇ, ਕਿਉਂਕਿ ਆਪਣੀ ਕਮਿਊਨਿਟੀਜ਼ ਦਾ ਨੈਗੇਟਿਵ ਸਾਰੇ ਕਿਤੇ ਐਗਜ਼ਿਸਟ ਕਰਦੇ ਨੇ। ਹਾਈਲਾਈਟ ਕਰੋ ਜਿਹੜੀ ਕਮਿਊਨਿਟੀ ਵਧੀਆ, ਹਾਈਲਾਈਟ ਕਰੋ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਪਣੀ ਕਮਿਊਨਿਟੀ ਨੂੰ ਚੇਂਜ ਕਰ ਰਹੇ ਨੇ, ਤੇ ਉਹਨਾਂ ਦੇ ਨਾਲ ਹੀ ਉਹਨਾਂ ਦੀ ਜਿਹੜੀ ਮਾਨਸਿਕ ਸਿਹਤ ਆ ਉਹ ਵੀ ਤਕੜੀ ਰਹੂਗੀ ਵੀ ਸਾਡੇ ਆਲੇ ਦੁਆਲੇ ਸਾਡੀ ਕਮਿਊਨਿਟੀ ਸਪੋਰਟ ਕਰ ਰਹੀ ਆ, ਨਾ ਕਿ ਸਾਰਾ ਦਿਨ ਸਾਨੂੰ ਪੁੱਟ ਡਾਊਨ ਕਰਦੇ ਨੇ। ਜਿੱਦਾਂ ਹੁਣੀ ਆਪਾਂ ਗੱਲ ਕਰਕੇ ਹਟੇ ਆ ਕਿ ਜਿਹੜੀ ਮੈਂਟਲ ਹੈਲਥ ਆ ਉਹ ਕਿਸੇ ਨੂੰ ਕਿੱਦਾਂ ਖਰਾਬ ਕਰ ਸਕਦੀ ਆ, ਪਰ ਉਹ ਮੈਂਟਲ ਹੈਲਥ ਨੂੰ ਠੀਕ ਕਰਨ ਦੇ ਵੀ ਬਹੁਤ ਜ਼ਰੀਏ ਹੁੰਦੇ ਆ, ਜਿਹਦੇ ਵਿੱਚ ਕਾਉਂਸਲਿੰਗ ਇੱਕ ਬਹੁਤ ਜ਼ਿਆਦਾ ਮੇਜਰ ਆਪਣਾ ਹਿੱਸਾ ਨਿਭਾਉਂਦੀ ਆ। ਬਲਰਾਜ, ਸਾਨੂੰ ਤੁਸੀਂ ਦੱਸੋ ਕਿ ਜਦੋਂ ਕਾਉਂਸਲਿੰਗ ਵੱਲ ਅਪਰੋਚ ਕਰਨੀ ਆ, ਉਦੋਂ ਆਪਾਂ ਕਿੱਦਾਂ ਕਰ ਸਕਦੇ ਆ ਕਾਉਂਸਲਿੰਗ ਤੱਕ ਅਪਰੋਚ, ਤੇ ਹਾਊ ਦ ਪ੍ਰੋਸੈਸ ਆਫ ਕਾਉਂਸਲਿੰਗ ਵਰਕਸ? ਸੋ ਬਹੁਤ ਸਿੰਪਲ ਆ, ਜੇ ਤੁਸੀਂ ਗੂਗਲ ਤੇ ਜਾਓਗੇ, ਗੂਗਲ ਦੇ ਵਿੱਚ ਸਰਚ ਕਰੋ ਕਾਉਂਸਲਿੰਗ ਇਨ ਪੰਜਾਬੀ, ਕਾਉਂਸਲਿੰਗ ਵਟਐਵਰ ਲੈਂਗੁਏਜ ਤੁਸੀਂ ਕਰਨਾ ਚਾਹੁੰਦੇ ਹੋ, ਜਿਹੜੀ ਵੀ ਚੀਜ਼ ਤੇ ਤੁਸੀਂ ਫੋਕਸ ਕਰਨਾ ਚਾਹੁੰਦੇ ਹੋ। ਸਪੋਜ਼ ਕਰੋ ਤੁਸੀਂ ਡਰਾਮਾ ਦੇ ਵਿੱਚ ਪੰਜਾਬੀ ਦੇ ਵਿੱਚ ਕਾਉਂਸਲਿੰਗ ਕਰਨਾ ਚਾਹੁੰਦੇ ਹੋ, ਯੂ ਵਾਂਟ ਟੂ ਕਮ ਟੂ ਮੀ। ਸੋ ਤੁਸੀਂ ਮੇਰੀ ਵੈਬਸਾਈਟ oneheartclinic.ca ਤੇ ਜਾਓਗੇ, ਉੱਥੇ ਸੈਕਸ਼ਨ ਦੇ ਵਿੱਚ ਹੁੰਦਾ ਵੀ ਬੁੱਕ ਨਾਓ ਕਰ ਲਓ। ਬੁੱਕ ਨਾਓ ਤੋਂ ਬਾਅਦ ਇੱਕ 15 ਤੋਂ 20 ਮਿੰਟ ਦੀ ਕੰਸਲਟੇਸ਼ਨ ਹੁੰਦੀ ਹੈ ਜਿਹੜੀ ਫ੍ਰੀ ਹੁੰਦੀ ਹੈ, ਸਾਰੇ ਕਾਉਂਸਲਰਸ ਪ੍ਰੋਵਾਈਡ ਕਰਦੇ ਨੇ ਇਹਦੇ ਵਿੱਚ, ਤੇ 15 ਤੋਂ 20 ਮਿੰਟਾਂ ਦੇ ਵਿੱਚ ਅਸੀਂ ਆਪਸ ਨੂੰ ਜਾਣਨ ਲਈ ਹੁੰਦਾ। ਉਹਦੇ ਵਿੱਚ ਤੁਸੀਂ ਆਪਦੇ ਸਾਰਾ ਕੁਝ ਡਿਸਕਲੋਜ਼ ਨਹੀਂ ਕਰਨਾ ਹੁੰਦਾ ਜਿਹਦੇ ਵਿੱਚ ਤੁਸੀਂ ਲੰਘ ਰਹੇ ਹੋ। ਉਹਦੇ ਵਿੱਚ ਬਸ ਇਹੀ ਹੁੰਦਾ ਵੀ ਜਿਹੜੇ ਤੁਹਾਡੇ ਗੋਲਸ ਨੇ ਕਾਉਂਸਲਿੰਗ ਦੇ, ਵੀ ਉਹ ਕਾਉਂਸਲਰ ਫਿਲ ਕਰ ਸਕਦਾ, ਜਿਹੜੀ ਮੇਰੀਆਂ ਐਬਿਲਿਟੀਜ਼ ਨੇ ਐਜ਼ ਅ ਕਾਉਂਸਲਰ ਉਹ ਤੁਹਾਨੂੰ ਸਪੋਰਟ ਕਰ ਸਕਦੀਆਂ ਨੇ, ਤੇ ਜੇ ਤੁਹਾਨੂੰ ਐਂ ਲੱਗਿਆ ਵੀ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਆ ਵੀ ਕੰਮ ਕਰ ਸਕਦੀ ਆ, ਫਿਰ ਉਹ ਤੋਂ ਬਾਅਦ ਤੁਸੀਂ ਆਪਦਾ ਪਹਿਲਾ ਸੈਸ਼ਨ ਬੁੱਕ ਕਰੋਗੇ। ਸੋ ਇਹਦੇ ਵਿੱਚ ਕੋਈ ਪ੍ਰੈਸ਼ਰ ਨਹੀਂ ਹੁੰਦੀ, ਕੋਈ ਇੱਕ ਤਰ੍ਹਾਂ ਦਾ ਐਡਿਡ ਪ੍ਰੈਸ਼ਰ ਨਹੀਂ ਹੁੰਦਾ ਵੀ ਜੇ ਤੁਸੀਂ ਕਾਉਂਸਲਰ ਨੂੰ ਮਿਲਿਓ ਤੁਹਾਨੂੰ ਬੁੱਕ ਕਰਨਾ ਹੀ ਆ। ਜੇ ਤੁਹਾਨੂੰ ਕੰਸਲਟੇਸ਼ਨ ਤੋਂ ਬਾਅਦ ਆਉਣ ਲੱਗਿਆ ਵੀ ਤੁਹਾਨੂੰ ਕਾਉਂਸਲਰ ਫਿੱਟ ਨਹੀਂ ਹੈਗਾ, ਤੁਸੀਂ ਉਹਨਾਂ ਨੂੰ ਬਸ ਦੱਸ ਦੇਣਾ ਵੀ ਅਸੀਂ ਫਿੱਟ ਨਹੀਂ ਹੈਗੇ। ਤੇ ਹਰ ਇੱਕ ਜਿਹੜੇ ਰਜਿਸਟਰਡ ਕਲੀਨਿਕਲ ਕਾਉਂਸਲਰ ਨੇ BC ਦੇ ਵਿੱਚ, ਉਹ BCACC ਦੇ ਹੇਠਾਂ ਫੰਕਸ਼ਨ ਕਰਦੇ ਨੇ, ਜਿਹੜੀ ਸਾਡੀ ਗਵਰਨਿੰਗ ਬਾਡੀ ਆ, ਤੇ ਉਹ ਹਰ ਇੱਕ ਸੇਮ ਰੈਗੂਲੇਟਰੀ ਬੋਰਡ ਦੇ ਹੇਠਾਂ ਨੇ। ਸੋ ਤੁਸੀਂ ਕਦੇ ਵੀ ਇੱਕ ਤਰ੍ਹਾਂ ਫੋਰਸ ਨਹੀਂ ਫੀਲ ਕਰੋਗੇ ਵੀ ਜੇ ਤੁਸੀਂ ਮੈਨੂੰ ਫੋਨ ਕਰ ਲਿਆ ਕਾਉਂਸਲਿੰਗ ਦੇ ਸੈੱਟ ਕਰਨ ਲਈ ਤੇ ਮੈਂ ਤੁਹਾਨੂੰ ਫੋਰਸ ਕਰਾਂਗਾ ਵੀ ਨਹੀਂ ਤੁਸੀਂ ਮੇਰੇ ਕੋਲ ਹੀ ਆਉਣਾ। ਨੋ, ਉਹ ਤੋਂ ਵੱਧ ਕੇ ਵੀ ਜੇ ਤੁਹਾਨੂੰ ਲੱਗਿਆ ਵੀ ਮੈਂ ਤੁਹਾਡੇ ਵਾਸਤੇ ਫਿੱਟ ਨਹੀਂ ਹੈਗਾ, ਮੈਂ ਤੁਹਾਨੂੰ ਹੋਰ ਰਿਸੋਰਸਿਸ ਪ੍ਰੋਵਾਈਡ ਕਰੂੰਗਾ, ਮੈਂ ਤੁਹਾਨੂੰ ਹੋਰ ਕਾਉਂਸਲਰਸ ਦੱਸੂੰਗਾ ਜਿਹੜੀ ਮੇਬੀ ਸਪੈਸ਼ਲਾਈਜ਼ ਕਰਦੇ ਹੋਣਗੇ ਤੁਹਾਡੇ ਸਟਰਗਲਸ ਦੇ ਵਿੱਚ। ਜਿੱਦਾਂ ਹੁਣ ਤੁਸੀਂ ਕਿਹਾ ਸਰਕਾਰ ਵੱਲੋਂ ਕਾਫੀ ਜਿਹੜੀ ਏਡ ਪ੍ਰੋਵਾਈਡ ਕੀਤੀ ਜਾਂਦੀ ਆ, ਸੋ ਕਿਹੜੇ ਰਿਸੋਰਸਿਸ ਕਿਸੇ ਦੇ ਲਈ ਵੀ ਅਵੇਲੇਬਲ ਹੈਗੇ ਆ, ਉਹਨਾਂ ਬਾਰੇ ਜ਼ਰੂਰ ਦੱਸੋ। ਜਿਹੜੀਆਂ ਕ੍ਰਾਈਸਿਸ ਲਾਈਨਸ ਹੁੰਦੀਆਂ, ਸੁਸਾਈਡ ਪ੍ਰੀਵੈਂਸ਼ਨ ਦੇ ਲਈ ਜਿਹੜੀਆਂ ਲਾਈਨਸ ਹੁੰਦੀਆਂ, ਇੱਕ ਵਾਰ ਨੰਬਰ ਜ਼ਰੂਰ ਦੱਸੋ ਸਾਰਿਆਂ ਨੂੰ। ਸ਼ੋਰ। ਸੋ ਸਭ ਤੋਂ ਮੇਨ ਤਾਂ ਆਬਵੀਅਸਲੀ ਸਾਰਿਆਂ ਨੂੰ ਪਤਾ ਵੀ ਜੇ ਇਫ ਯੂ ਆਰ trying to end your life and ਤੁਸੀਂ ਐਨ ਹੱਦ ਤੱਕ ਪਹੁੰਚ ਗਿਆ, 911 is always the number one go to if you've gotten to that point, ਜੇ ਤੁਹਾਡਾ ਉੱਥੇ ਤੱਕ ਚਲੇ ਜਾਵੇ। After that, crisis ਦੇ ਵਾਸਤੇ suicide ਦੀ ਜਿਹੜੀ ਲਾਈਨ ਆ 1-800 suicide, so the number is 1-800-784
2433 ਤੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਗੱਲ ਕਰ ਸਕਦੇ ਹੋ ਵੀ ਮੈਂ ਸੁਸਾਈਡਲ ਫੀਲ ਕਰਦਾ ਤੇ ਤੁਹਾਨੂੰ ਕਨੈਕਟ ਕਰਨਗੇ ਕਾਉਂਸਲਰ ਦੇ ਨਾਲ ਤੇ ਰਿਸੋਰਸਸ ਦੇ ਨਾਲ ਤੇ ਉਹ ਤੋਂ ਬਾਅਦ ਇੱਕ ਹੋਰ ਨੰਬਰ ਹੈ ਜਿਹੜੀ ਇੱਕ ਤਰ੍ਹਾਂ ਦੀ ਸਪੋਰਟ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਤੇ ਉਹ ਹੈਗਾ 310 ਮੈਂਟਲ ਹੈਲਥ 310 6789 ਤੇ this is exactly the same thing ਵੀ ਜੇ ਤੁਹਾਨੂੰ emotional support ਚਾਹੀਦੀ ਹੋਵੇ counseling ਚਾਹੀਦੀ ਹੋਵੇ you can talk to someone for a short period of time ਵੀ ਉਹ ਤੁਹਾਨੂੰ ਉਸ ਸਮੇਂ ਦੇ ਵਿੱਚੋਂ ਕੱਢਣ ਦੀ support ਮਿਲ ਜਾਵੇ। ਜਿੱਦਾਂ ਹਰ ਇੱਕ ਕੋਇਨ ਦੇ ਦੋ ਪਹਿਲੂ ਹੁੰਦੇ ਆ ਹੈਡਸ ਐਂਡ ਟੇਲਸ, ਉਦਾਂ ਹੀ ਹਰ ਚੀਜ਼ ਦੀ ਇੱਕ ਪੋਜ਼ਿਟਿਵ ਸਾਈਡ ਹੁੰਦੀ ਹੈ, ਇੱਕ ਨੈਗੇਟਿਵ ਸਾਈਡ ਹੁੰਦੀ ਆ। ਹੁਣ ਆਪਾਂ ਮੈਂਟਲ ਹੈਲਥ ਦੀ ਨੈਗੇਟਿਵ ਸਾਈਡ ਬਾਰੇ ਬਹੁਤ ਗੱਲ ਕਰ ਲਈ, ਕਿਉਂ ਨਾ ਹੁਣ ਮੈਂਟਲ ਹੈਲਥ ਦੀ ਪੋਜ਼ਿਟਿਵ ਸਾਈਡ ਬਾਰੇ ਗੱਲ ਕੀਤੀ ਜਾਵੇ ਕਿ ਜਦੋਂ ਯੂ ਆਰ ਆਲ ਫਿਟ, ਤੁਹਾਡੀ ਮੈਂਟਲ ਹੈਲਥ ਬਹੁਤ ਜ਼ਿਆਦਾ ਸ਼ਾਨਦਾਰ ਹੈਗੀ ਆ, ਚੜ੍ਹਦੀ ਕਲਾ 'ਚ ਹੈਗੇ ਹੋ ਤੁਸੀਂ, ਉਦੋਂ ਬੰਦਾ ਕਿਹੋ ਜਿਹਾ ਫੀਲ ਕਰਦਾ ਵਾ ਵੈਨ ਹੀ ਇਜ਼ ਲਾਈਕ ਆਲ ਗੁੱਡ? ਜ਼ਿੰਦਗੀ ਫਿਰ ਸਾਰਾ ਕੁਝ ਵਧੀਆ ਲੱਗਦਾ ਹੁੰਦਾ, ਖਾਣਾ ਪੀਣਾ, ਰਹਿਣਾ ਸਹਿਣਾ, ਖੇਡਣਾ, ਸਾਰਾ ਕੁਝ ਇਟਸ ਇੰਜੋਏਬਲ। ਕੌਣ ਨਹੀਂ ਚਾਹੁੰਦਾ ਵੀ ਜ਼ਿੰਦਗੀ ਤੁਹਾਡੀ ਖੁਸ਼ੀ ਵਾਲੇ ਹੋਵੇ, ਹੈ ਨਾ? ਤੇ ਜਦ ਤੁਸੀਂ ਸਟਰਗਲਸ ਦੇ ਵਿੱਚੋਂ ਲੰਘਦੇ ਹੋ, ਤੁਸੀਂ ਇਹਨਾਂ ਦੇ ਵਿੱਚੋਂ ਜਦ ਨਿਕਲਦੇ ਹੋ, ਤੁਹਾਡੀ ਖੁਸ਼ੀ 10 ਗੁਣਾ ਵੱਧ ਲੱਗਦੀ ਆ ਤੁਹਾਨੂੰ, ਕਿਉਂਕਿ ਤੁਹਾਨੂੰ ਜਿਹੜਾ ਔਖਾ ਸਮਾਂ ਉਹ ਯਾਦ ਆਉਂਦਾ, ਤੁਹਾਨੂੰ ਔਖਾ ਸਮਾਂ ਯਾਦ ਆਉਂਦਾ ਵੀ ਮੈਂ ਉਹਦੇ ਵਿੱਚੋਂ ਨਿਕਲਿਆ, ਹੁਣ ਮੇਰੀ ਜ਼ਿੰਦਗੀ ਕਿੰਨੀ ਵਧੀਆ। ਮੈਨੂੰ ਵੀ ਯਾਦ ਆ ਜਦੋਂ ਮੈਂ ਕਾਲਜ ਪੜ੍ਹਦੀ ਹੁੰਦੀ ਸੀ, ਮੈਂ KPU ਤੋਂ ਪੜ੍ਹੀ ਆ, ਰਾਈਟ? ਤੇ ਮੈਂ ਉੱਥੇ ਬੱਸ ਸਟੈਂਡ ਤੇ ਖੜੀ ਹੋਣਾ, ਮੈਂ ਦੇਖਣਾ ਗੱਡੀਆਂ ਲੰਘਦੀਆਂ ਪਈਆਂ ਕਿ ਮੈਂ ਵੀ ਇੱਕ ਦਿਨ ਆਪਣੀ ਗੱਡੀ ਲੈ ਕੇ ਜਾਊਂਗੀ। ਉਦੋਂ ਟੈਨਸ਼ਨ ਹੁੰਦੀ ਸੀ ਯਾਰ ਕਦੀ ਮੈਂ ਵੀ ਗੱਡੀ ਲਵਾਂਗੀ, ਪਰ ਅੱਜ ਜਦੋਂ KPU ਦੇ ਸਾਹਮਣੇ ਹੋ ਮੈਂ ਆਪਣੀ ਡ੍ਰੀਮ ਕਾਰ ਲੈ ਕੇ ਲੰਘਦੀ ਆ ਤੇ ਮੈਂ ਹੁਣ ਉਹਨਾਂ ਵੱਲ ਦੇਖਦੀ ਹੁੰਦੀ ਆ ਕਿ ਮੈਂ ਵੀ ਇੱਕ ਦਿਨ ਉੱਥੇ ਖੜੀ ਹੁੰਦੀ ਸੀ, ਉਦੋਂ ਹੈਪੀ ਫੀਲ ਹੁੰਦਾ ਵਾ। ਸੋ ਜੇਕਰ ਤੁਹਾਡੇ ਤੇ ਉਹ ਬੁਰਾ ਸਮਾਂ ਆ ਰਿਹਾ ਵਾ, ਉਹ ਬੁਰਾ ਸਮੇਂ ਤੋਂ ਬਾਅਦ ਜਿਹੜੀ ਖੁਸ਼ੀ ਮਿਲਦੀ ਆ ਉਹ ਬੁਰਾ ਸਮਾਂ ਵੀ ਭੁਲਾ ਦਿੰਦੀ ਆ, ਨਾਲੇ ਉਹ ਮਿਲਦੀ ਜ਼ਰੂਰ ਆ, ਬਸ ਕੋਸ਼ਿਸ਼ ਕਰਨ ਦੀ ਲੋੜ ਹੈ। ਜਿਵੇਂ ਤੁਸੀਂ ਦੱਸਿਆ ਰੋਮਨ, ਤੁਹਾਡੇ ਵੀ ਹੁਣ ਮੈਂਟਲ ਸਟਰਗਲ ਸੀ, ਉਹ ਮੈਂਟਲ ਸਟਰਗਲਸ ਦੇ ਕਰਕੇ ਤੁਹਾਡੇ ਜਿਹੜੇ ਔਖੇ ਸਮੇਂ ਦੇ ਇੰਡੋਰ ਕੀਤੇ ਨੇ, ਹੁਣ ਜਿਹੜੀ ਖੁਸ਼ੀ ਮਿਲ ਰਹੀ ਆ ਉਹਨਾਂ ਨੂੰ ਯਾਦ ਕਰਕੇ ਮਿਲ ਰਹੀ ਹੈ ਵੀ ਮੈਂ ਇੰਨੇ ਔਖੇ ਸਮੇਂ ਚੋਂ ਨਿਕਲਿਆ, ਵੀ ਹੁਣ ਤੱਕ ਕੁਛ ਨਹੀਂ ਹੈਗਾ ਮੇਰੀ ਜ਼ਿੰਦਗੀ ਦੇ ਮੂਹਰੇ ਜੇ ਮੈਨੂੰ ਰੋਕ ਸਕਦਾ। ਸੋ ਯੂ ਜਸਟ ਕੀਪ ਪੁਸ਼ਿੰਗ ਫੋਰਵਰਡ। ਸੋ ਜਿਹੜੀ ਪੋਜ਼ਿਟਿਵ ਮੋਮੈਂਟਮ ਆ, ਪੋਜ਼ਿਟਿਵ ਮੈਂਟੈਲਿਟੀ ਆ ਮੈਂਟਲ ਹੈਲਥ ਦੇ ਵਿੱਚ, ਉਹ ਵੀ ਐਗਜ਼ਿਸਟ ਕਰਦੀ ਆ, ਇਹ ਇਕੱਲੀ ਨੈਗੇਟਿਵ ਚੀਜ਼ ਨਹੀਂ ਹੈਗੀ। ਤੇ ਪੋਜ਼ਿਟਿਵ ਮੋਮੈਂਟਮ ਨੂੰ ਕਿੱਦਾਂ ਬਣਾਏ ਰੱਖਣਾ ਹੈ ਆਪਾਂ, ਕਿ ਆਪਾਂ ਖੁਸ਼ੀ ਦੇ ਨਾਲ ਅੱਗੇ ਜਾਈਏ? ਓਬਵੀਅਸਲੀ ਜਿਹੜੀ ਲਾਈਫ ਆ ਉਤਾਰ ਚੜਾਵ ਉਹਦੇ ਵਿੱਚ ਆਉਂਦੇ ਰਹਿੰਦੇ ਆ, ਰਾਈਟ? ਪਰ ਉਹ ਮੋਮੈਂਟਮ ਕਿੱਦਾਂ ਬਣਾ ਕੇ ਰੱਖਣਾ ਵਾ ਕਿ ਤੁਸੀਂ ਆਪਣੇ ਆਪ ਨੂੰ ਖੁਸ਼ੀ ਵੱਲ ਜ਼ਿਆਦਾ ਡਰਾਈਵ ਕਰੋ? ਸਭ ਤੋਂ ਮੇਨ ਚੀਜ਼ ਆਪਦੇ ਬਾਰੇ ਸੈਲਫ ਕੇਅਰ ਰੂਟੀਨ ਐਸਟੈਬਲਿਸ਼ ਕਰਨੀ ਆ, ਆਪਦੀ ਕੇਅਰ ਕਰਨੀ। ਵੀ ਜੇ ਤੁਸੀਂ ਹੁਣ 9 ਤੋਂ ਲੈ ਕੇ 4 ਵਜੇ ਤੱਕ ਕੰਮ ਕਰਨਾ, ਤੁਸੀਂ ਜਦ ਘਰੋਂ ਕੰਮ ਕਰਕੇ ਆਉਣਾ ਘਰੇ, ਉਹ ਘੰਟਾ 4 ਤੋਂ 5 ਵਜੇ, 4 ਤੋਂ 5:30 ਵਜੇ ਤੁਸੀਂ ਉਹ ਰੱਖਣਾ ਆਪਦੇ ਵਾਸਤੇ ਵੀ ਮੈਂ ਕੁਛ ਨਹੀਂ ਕਰਨਾ, ਬਸ ਸੋਫੇ ਤੇ ਬੈਠਣਾ, TV ਦੇਖਣਾ। ਉਹਦੇ ਨਾਲ ਹੀ ਤੁਹਾਡਾ ਦਿਮਾਗ ਸੈੱਟ ਹੋ ਜਾਂਦਾ ਵੀ ਮੈਂ ਹੁਣ ਰੈਡੀ ਹਾਂ ਅਗਲੇ ਦਿਨ ਵਾਸਤੇ। ਜਿਹੜੀ ਤੁਹਾਨੂੰ ਰਿਲੈਕਸੇਸ਼ਨ ਦੀ ਲੋੜ ਆ ਉਹ ਤੁਹਾਨੂੰ ਮਿਲ ਜਾਂਦੀ ਆ। ਉਹ ਤੋਂ ਬਾਅਦ ਤੁਸੀਂ ਫੈਮਿਲੀ ਦੇ ਨਾਲ ਡਿਨਰ ਕਰ ਸਕਦੇ ਹੋ, ਵਾਕ ਤੇ ਜਾ ਸਕਦੇ ਹੋ ਫੈਮਿਲੀ ਦੇ ਨਾਲ, ਤੁਸੀਂ ਆਪਦੇ ਵਾਸਤੇ ਜਿਮ ਜਾ ਸਕਦੇ ਹੋ। ਜੇ ਤੁਹਾਨੂੰ ਹੋਰ ਕੋਈ ਸ਼ੌਂਕ ਨੇ, ਤੁਸੀਂ ਸ਼ੌਂਕਾਂ ਦੇ ਵਿੱਚ ਇੰਡਲਜ ਕਰੋ। ਬਟ ਜਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ੀ ਲਿਆਉਂਦੀਆਂ ਨੇ, ਮੇਕ ਸ਼ੋਰ ਯੂ ਡੂ ਦੋਜ਼, ਕਿਉਂਕਿ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਜਿੰਨੀ ਫਾਸਟ ਪੇਸ ਲਾਈਫ ਆਪਣੀ, ਆਪਾਂ ਉਹਨਾਂ ਨੂੰ ਭੁੱਲ ਜਾਂਦੇ ਹਾਂ। ਫॉर ਮੀ, ਮੇਰੀ ਸਭ ਤੋਂ ਵੱਡੀ ਗੱਲ ਬਾਸਕਟਬਾਲ ਆ। ਜੇ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਔਖਾ ਸਮਾਂ ਨਿਕਲਦਾ ਹੋਵੇ, ਮੈਂ ਬਾਸਕਟਬਾਲ ਲੈਣਾ ਜਾ ਕੇ, ਮੈਂ 5-10 ਮਿੰਟ 20 ਮਿੰਟ ਵੀ ਮੈਂ ਸ਼ੂਟ ਅਰਾਊਂਡ ਕਰ ਲਵਾਂ, ਮੈਂ ਇੰਨਾ ਖੁਸ਼ ਹੋ ਜਾਂਦਾ, ਮੈਂ ਆ ਕੇ ਫਿਰ ਕੰਮ ਸ਼ੁਰੂ ਕਰ ਦਿੰਦਾ। ਉਹਦੇ ਨਾਲ ਜਿਵੇਂ ਤੁਹਾਡੇ ਦਿਮਾਗ ਨੂੰ ਮੈਨੂਅਲ ਰੀਸੈਟ ਹੋ ਜਾਂਦਾ ਵੀ ਨਹੀਂ ਠੀਕ ਆ ਸਾਰਾ ਕੁਝ, ਵੀ ਉਹ ਸਮੇਂ ਦੇ ਵਿੱਚ ਔਖਾ ਲੱਗਦਾ ਪਰ ਨਹੀਂ ਸਾਰਾ ਕੁਝ ਠੀਕ ਹੀ ਆ। ਸੋ ਮਤਲਬ ਬਲਰਾਜ, ਜਿਹੜੀ ਹੌਬੀਜ਼ ਆ ਉਹ ਤੁਹਾਡੀ ਲਾਈਫ ਦੇ ਵਿੱਚ ਇੱਕ ਬਹੁਤ ਜ਼ਿਆਦਾ ਵਧੀਆ ਰੋਲ ਆ ਜਿਹੜਾ ਉਹ ਨਿਭਾਉਂਦੀਆਂ ਨੇ। ਹੌਬੀ ਕਿਸੇ ਵੀ ਤਰੀਕੇ ਦੀ ਹੋਣੀ ਚਾਹੀਦੀ ਹੈ ਜਾਂ ਫਿਰ ਸਿਰਫ ਫਿਜ਼ੀਕਲ ਵਰਕ ਹੋਣਾ ਚਾਹੀਦਾ ਉਹਦੇ ਵਿੱਚ? ਨੋ ਹੌਬੀ ਦੇ ਕੈਨ ਬੀ ਐਨੀਥਿੰਗ। ਹੌਬੀ ਤੁਸੀਂ ਜੇ ਲਿਖਦੇ ਹੋ, ਪੋਮਸ ਲਿਖਦੇ ਹੋ, ਤੁਹਾਡੀ ਹੌਬੀਜ਼ ਆ। ਬੁੱਕ ਪੜ੍ਹਦੇ ਹੋ, ਤੁਹਾਡੀ ਹੌਬੀ ਆ। ਆਰਟ ਕਰਦੇ ਹੋ, ਤੁਹਾਡੀ ਹੌਬੀ ਆ। ਹੌਬੀ ਇਜ਼ ਵਟਐਵਰ ਮੇਕਸ ਯੂ ਹੈਪੀ। ਜਿਹੜਾ ਕੁਛ ਤੁਹਾਨੂੰ ਖੁਸ਼ੀ ਲਿਆਉਂਦੀ ਆ ਉਹ ਤੁਹਾਡੀ ਹੌਬੀ ਆ। ਅੱਜ ਕੱਲ੍ਹ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਕੋਈ ਹੌਬੀ ਨਹੀਂ ਹੈਗੀ, ਤੁਸੀਂ ਕੋਈ ਚੀਜ਼ ਦੇ ਵਿੱਚ ਨਹੀਂ ਖੁਸ਼ੀ ਲਿਆਉਂਦੇ, ਨਵੀਆਂ ਚੀਜ਼ਾਂ ਐਕਸਪਲੋਰ ਕਰੋ। ਟਰਾਈ ਟੂ ਡੂ ਥਿੰਗਸ ਦੈਟ ਯੂ ਵੁੱਡ ਫੀਲ ਅਨਕੰਫਰਟੇਬਲ ਇਨ। ਜਿਹੜੀਆਂ ਤੁਹਾਨੂੰ ਅਨਕੰਫਰਟੇਬਿਲਿਟੀ ਲਿਆਉਣ, ਉਹਨਾਂ ਨੂੰ ਐਕਸਪਲੋਰ ਕਰੋ, ਕਿਉਂਕਿ ਉਹਨਾਂ ਦੇ ਥਰੂ ਹੀ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਨੂੰ ਖੁਸ਼ੀ ਕਿਹੜੀ ਚੀਜ਼ ਲਿਆਉਂਦੀ ਹੈ। ਕੀ ਸਲੀਪਿੰਗ ਵੀ ਇੱਕ ਹੌਬੀ ਹੋ ਸਕਦੀ ਹੈ? ਯੈਸ, ਯਾ ਮੈਂ ਹਰ ਰੋਜ਼ ਇੰਡੋਰ ਕਰਦਾ। ਸਲੀਪਿੰਗ ਇਜ਼ ਮਾਈ ਬਿਗੇਸਟ ਹੌਬੀ। Of
sleeping is my hobby too. Yeah, no, of course ਨਾਲੇ sleeping ਦੇ through ਤਾਂ ਤੁਹਾਡਾ ਜਿਹੜੀ body ਨੂੰ reset ਮਿਲਦੀ ਆ ਉਹ perfect ਆ, ਜਿਹੜੀ over sleeping ਆ ਉਹ ਥੋੜੀ ਜਿਹਾ ਪੰਗਾ create ਕਰਦੀ ਆ, ਉਹ ਮੈਨੂੰ ਵੀ ਪੰਗਾ create ਕਰਦੀ ਆ for sure. ਜਿੱਦਾਂ ਹੁਣ ਆਪਾਂ sleeping ਬਾਰੇ ਗੱਲ ਕਰਦੇ ਹੀ ਪਏ ਆ, ਸੋ ਇਹ ਵੀ ਜ਼ਰੂਰ ਦੱਸੋ ਕਿ ਲਾਈਕ sleeping ਕਿੰਨੀ ਕੁ ਜ਼ਰੂਰੀ ਆ, ਲਾਈਕ ਕਿਸੇ ਦੇ ਲਈ ਵੀ, ਲਾਈਕ ਬੱਚੇ ਲਈ ਕੁਝ ਹੋਰ ਆ, ਵੱਡੇ ਲਈ ਕੁਝ ਹੋਰ ਆ, ਬਜ਼ੁਰਗ ਲਈ ਕੁਝ ਹੋਰ ਆ? 0 ਤੋਂ ਲੈ ਕੇ 100 ਤੱਕ ਸਾਰਿਆਂ ਵਾਸਤੇ ਇੰਪੋਰਟੈਂਟ ਆ ਇਹ। Sleep is so important. ਜਿਹੜੀ ਤੁਹਾਨੂੰ ਮੈਂਟਲ ਰੀਸੈਟ, ਬਾਡੀ ਦਾ ਰੀਸੈਟ ਸਲੀਪ ਦੇ ਵੇਲੇ ਮਿਲਦਾ, ਉਦਾਂ ਦਾ ਤਰ੍ਹਾਂ ਰੀਸੈਟ ਤੁਹਾਨੂੰ ਕਿਤੇ ਹੋਰ ਨਹੀਂ ਮਿਲਦਾ, ਕਿਉਂਕਿ ਉਸ ਸਮੇਂ ਦੇ ਵਿੱਚ ਜਿਵੇਂ ਨਾ ਬਾਡੀ ਬੰਦ ਹੋ ਜਾਂਦੀ ਹੈ, ਦਿਮਾਗ ਬੰਦ ਹੋ ਜਾਂਦਾ, ਉਹ ਚਾਰਜ ਹੋ ਰਿਹਾ ਹੁੰਦਾ, ਉਹ ਆ। ਜੇ ਤੁਹਾਡੀ ਬੈਟਰੀ ਚਾਰਜ ਨਹੀਂ ਹੁੰਦੀ ਤੁਸੀਂ ਫੰਕਸ਼ਨ ਨਹੀਂ ਕਰਨਾ। ਤੇ ਜਿੱਦਾਂ ਆਪਾਂ ਫੋਨ ਨੂੰ ਕਹਿੰਦੇ ਆ ਰਾਤੀ ਫੋਨ ਚਾਰਜ ਲਾ ਕੇ ਸੋ ਨਾ, ਸੋ ਮਤਲਬ ਓਵਰ ਚਾਰਜ ਨਹੀਂ ਕਰਨਾ ਹੈਗਾ। ਸੋ ਉਹ ਜਦੋਂ ਆਪਾਂ ਓਵਰ ਸਲੀਪ ਦੀ ਗੱਲ ਕਰਦੇ ਆ, ਲਾਈਕ 8 ਘੰਟਿਆਂ ਤੋਂ ਬਾਅਦ ਨੂੰ ਓਵਰ ਸਲੀਪ ਮੰਨਿਆ ਜਾਂਦਾ ਆ? ਰੋਮਨ, ਇਹ ਹਰ ਇੱਕ ਪਰਸਨ ਵਾਸਤੇ ਡਿਫਰੈਂਟ ਆ। ਕਈ ਲੋਕਾਂ ਦੇ ਰੂਟੀਨ ਦੇ ਮੁਤਾਬਕ ਜੇ 5 ਤੋਂ 6 ਘੰਟੇ ਉਹਨਾਂ ਨੂੰ ਮਿਲ ਜਾਣ ਉਹ ਐਨ ਪਰਫੈਕਟ ਨੇ, ਪਰ ਜੇ 7 ਘੰਟੇ ਸੋ ਲੈਣ ਉਹਨਾਂ ਦਾ ਸਾਰਾ ਦਿਨ ਹੀ ਔਖਾ ਨਿਕਲ ਜਾਂਦਾ। ਪਰ ਮੇਰੇ ਵਰਗਾ ਜੇ 10 ਘੰਟੇ ਮਿਲ ਜਾਣ ਮੈਂ ਠੀਕ ਹਾਂ, ਪਰ ਜੇ 11ਵਾਂ ਮਿਲ ਜਾਵੇ ਉਹ ਵੀ ਮੈਂ ਠੀਕ ਹਾਂ। 12ਵੇਂ ਤੇ ਔਖੇ ਹੁੰਦੇ ਆ ਆਪਾਂ। ਸੋ ਜਦੋਂ ਓਵਰ ਸਲੀਪ ਦੀ ਗੱਲ ਕਰਦੇ ਆ, ਉਸ ਤੋਂ ਬਾਅਦ ਫਿਰ ਰਿਵਰਸ ਚੱਲਣ ਲੱਗ ਜਾਂਦੀ ਆ ਬਾਡੀ। ਇਜ਼ ਦੈਟ ਵਾਟ ਇਟ ਇਜ਼? ਲਾਈਕ ਪਹਿਲਾਂ ਤੁਸੀਂ ਆਪਣੀ ਸਾਰੀ ਟੈਨਸ਼ਨ ਰਿਲੀਜ਼ ਕਰਦੇ ਪਿਓ, ਤੁਸੀਂ ਪਹੁੰਚ ਗਏ ਥ੍ਰੈਸ਼ਹੋਲਡ ਤੇ, ਬਾਅਦ ਚ ਤੁਸੀਂ ਟੈਨਸ਼ਨ ਵਾਪਸ ਲੈਣ ਲੱਗ ਜਾਂਦੇ ਹੋ। ਤੁਸੀਂ ਆਪ ਮਹਿਸੂਸ ਕਰਿਓ ਇੱਕ ਦਿਨ ਜੇ ਤੁਸੀਂ ਆਪਦੇ ਨਾਰਮਲ ਸਲੀਪ ਟਾਈਮ ਤੋਂ ਬਾਅਦ ਉੱਠੋਗੇ, ਤੁਹਾਨੂੰ ਸੌਣ ਨਾਲੋਂ ਪਹਿਲਾਂ ਨਾਲੋਂ ਵੱਧ ਟਾਇਰਡ ਮਹਿਸੂਸ ਕਰੋਗੇ, ਤੁਹਾਡੀਆਂ ਅੱਖਾਂ ਘੱਟ ਖੁੱਲਣਗੀਆਂ, ਸਿਰ ਭਾਰਾ ਭਾਰਾ ਲੱਗੂਗਾ। ਉਹ ਕਿਉਂਕਿ ਤੁਹਾਡੀ ਬਾਡੀ ਰਿਐਕਟ ਕਰਨ ਲੱਗ ਜਾਂਦੀ ਆ ਵੀ 7 ਘੰਟੇ ਹੋ ਗਏ, ਇਹ ਹਲੇ ਵੀ ਕਾਹਤੇ ਸੁੱਤਾ ਪਿਆ। ਸੋ ਹਾਈਪਰ ਐਕਟਿਵ ਮੋਡ 'ਚ ਹੋ ਜਾਂਦੀ ਆ, ਵੱਧ ਕੰਮ ਕਰਨ ਲੱਗ ਜਾਂਦੀ ਆ, ਤੁਹਾਡਾ ਦਿਮਾਗ ਵੱਧ ਸੋਚਣ ਲੱਗ ਜਾਂਦਾ। ਜੇ ਤੁਸੀਂ ਡ੍ਰੀਮ 'ਚੋਂ, ਤੁਹਾਡੀ ਡ੍ਰੀਮ ਹੋਰ ਤਰ੍ਹਾਂ ਦੀ ਹੋ ਜਾਂਦੀ ਆ। ਜਿਹੜੀ ਬਾਡੀ ਆ ਇੱਕ ਤਰ੍ਹਾਂ ਦੀ ਰੂਟੀਨ ਦੇ ਨਾਲ ਜੁੜੀ ਹੁੰਦੀ ਆ, ਜੇ ਤੁਸੀਂ ਉਹ ਰੂਟੀਨ ਦੇ ਵਿੱਚ ਕੈਜੂਅਲ ਰਹੋਗੇ, ਫਿਕਸਡ ਰਹੋਗੇ, ਸਾਰਾ ਕੁਝ ਸੌਖਾ ਰਹਿੰਦਾ। ਇੱਕ ਤਾਂ ਹੋਈ ਹੌਬੀ ਦੀ ਗੱਲ ਕਿ ਆਪਾਂ ਆਪਣੀ ਮੈਂਟਲ ਹੈਲਥ ਨੂੰ ਕੰਸਿਸਟੈਂਟ ਰੱਖਣ ਦੇ ਲਈ, ਪੋਜ਼ਿਟਿਵ ਰੱਖਣ ਦੇ ਲਈ ਇੱਕ ਆਪਾਂ ਹੌਬੀਜ਼ ਆਪਣੀਆਂ ਲੈ ਲਈਆਂ। ਹੋਰ ਕਿਹੜੇ ਕਿਹੜੇ ਫੈਕਟਰਸ ਆ ਜਿਹਦੇ ਨਾਲ ਆਪਾਂ ਆਪਣੀ ਮੈਂਟਲ ਹੈਲਥ ਨੂੰ ਪੋਜ਼ਿਟਿਵਲੀ ਕੰਸਿਸਟੈਂਟ ਰੱਖ ਸਕਦੇ ਹਾਂ? ਹੌਬੀਜ਼ ਦੇ ਨਾਲੋਂ ਜਿਹੜੀ ਤੁਹਾਡੇ ਹਰ ਰੋਜ਼ ਦੇ ਫੰਕਸ਼ਨਸ ਨੇ, ਐਕਸ਼ਨਸ ਨੇ, ਕੰਮ ਤੇ ਜਾਣਾ, ਸ਼ਾਵਰ ਲੈਣਾ, ਉਹਨਾਂ ਦੇ ਵਿੱਚ ਖੁਸ਼ੀ ਲੱਭੋ। ਸ਼ਾਵਰ ਲੈਣ ਦੇ ਵਿੱਚ ਕਿੱਦਾਂ ਖੁਸ਼ੀ ਹੋ ਸਕਦੀ ਹੈ? ਸੋ ਜਿਹੜਾ ਤੁਹਾਨੂੰ 5 ਮਿੰਟ ਮਿਲਦੇ ਨੇ ਸ਼ਾਵਰ ਲੈਣ ਦੇ ਵਿੱਚ, ਅੱਖਾਂ ਮੀਚ ਕੇ ਉਹ ਪਾਣੀ ਨੂੰ ਉੱਪਰ ਪਾਉਣ ਦੀ, ਲਾਈਕ ਸੋਚੋ ਵੀ ਜਦ ਤੁਹਾਡੇ ਤੇ ਡ੍ਰੌਪਲੈਟ ਡਿੱਗਦੇ ਨੇ ਉਹ ਕਿਵੇਂ ਤੁਹਾਡੇ ਤੇ ਇਫੈਕਟ ਕਰ ਰਹੇ ਨੇ। ਜਿਹੜੀ ਕਾਮਨੈਸ ਸ਼ਾਵਰ ਦੇ ਵਿੱਚ ਮਿਲਦੀ ਆ ਉਹ ਤੁਹਾਨੂੰ ਕਿਤੇ ਹੋਰ ਨਹੀਂ ਮਿਲੂਗੀ, ਕਿਉਂਕਿ ਉਸ ਸਮੇਂ ਦੇ ਵਿੱਚ ਤੁਸੀਂ ਜਾਗਦੇ ਹੁੰਦੇ ਹੋ ਪਰ ਪੂਰੀ ਸਟਿਲਨੈਸ ਹੁੰਦੀ ਆ, ਇੱਕ ਤਰ੍ਹਾਂ ਦੀ ਕੁਆਇਟ ਹੁੰਦੀ ਆ। ਮੈਂ ਕਈ ਵਾਰੀ ਕੀ ਕਰਦਾ, ਜੇ ਦਿਨ ਸ਼ੁਰੂਆਤ ਕਰਨੀ ਹੋਵੇ, ਮੈਂ ਵਾਸ਼ਰੂਮ ਦੀਆਂ ਲਾਈਟਾਂ ਨਹੀਂ ਔਨ ਕਰਦਾ। ਆਈ ਸ਼ਾਵਰ ਇਨ ਦ ਡਾਰਕ। ਸੀਰੀਅਸਲੀ? ਆਈ ਸ਼ਾਵਰ ਇਨ ਦ ਡਾਰਕ ਸਮਟਾਈਮਸ। ਉਹ ਜਦ ਤੁਸੀਂ ਕਰਦੇ ਹੋ ਤੁਹਾਡਾ ਇੱਕ ਤਰ੍ਹਾਂ ਦਾ ਮੈਂਟਲ ਰੀਸੈਟ ਹੋ ਜਾਂਦਾ। ਤੁਹਾਨੂੰ ਆਪਦੀ ਬਾਡੀ ਨਹੀਂ ਦਿਖਦੀ ਪਰ ਪਾਣੀ ਫੀਲ ਹੋ ਰਿਹਾ, ਤੁਹਾਨੂੰ ਇੱਕ ਤਰ੍ਹਾਂ ਦੀ ਸੈਂਸੇਸ਼ਨ ਮਿਲ ਰਹੀ ਹੈ ਵੀ ਆਲੇ ਦੁਆਲੇ ਤੁਹਾਨੂੰ ਕੁਛ ਨਹੀਂ ਦਿਖ ਰਿਹਾ ਪਰ ਥੋੜੀ ਥੋੜੀ ਲਾਈਟ ਵਿੰਡੋ ਦੇ ਵਿੱਚੋਂ ਆ ਰਹੀ ਹੈ। ਸੋ ਜਿਹੜੀਆਂ ਚੀਜ਼ਾਂ ਤੁਹਾਨੂੰ ਇੱਕ ਤਰ੍ਹਾਂ ਦੀ ਅਨਕੰਫਰਟੇਬਿਲਿਟੀ ਦੇ ਵਿੱਚ ਲਿਆਉਣ, ਤੁਹਾਨੂੰ ਇੱਕ ਤਰ੍ਹਾਂ ਦੀ ਅਨਫੈਮਿਲੀਅਰ ਟੈਰੀਟੋਰੀ ਦੇ ਵਿੱਚ ਲਿਆਉਣ, ਉਹੀ ਤੁਹਾਨੂੰ ਕਈ ਵਾਰੀ ਖੁਸ਼ੀ ਲਿਆਉਂਦੀਆਂ ਨੇ। ਹੁਣ ਜਦ ਮੈਂ ਕਈ ਵਾਰੀ ਹਫ਼ਤੇ ਤੋਂ ਬਾਅਦ ਲਾਈਟ ਤੋਂ ਬੰਦ ਕਰਕੇ ਨਹਾਉਣਾ, ਇਟ ਫੀਲਸ ਅਮੇਜ਼ਿੰਗ। ਪਰ ਜੇ ਮੈਂ ਹਰ ਰੋਜ਼ ਕਰਨ ਲੱਗ ਜਾਵਾਂ, ਆਈ ਵੁੱਡ ਹੇਟ ਇਟ, ਮੈਨੂੰ ਬਹੁਤ ਭੈੜਾ ਲੱਗੂਗਾ ਉਹ। ਤੇ ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀਗੀ, ਜਦੋਂ ਆਪਾਂ ਇੱਕ ਕੰਫਰਟ ਜ਼ੋਨ ਵਿੱਚੋਂ ਦੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਥੇ ਲੈ ਆਏ ਤੇ ਉਹਨਾਂ ਤੇ ਸਟ੍ਰੈਸ ਪੈ ਗਿਆ, ਰਾਈਟ? ਜਦੋਂ ਕੋਈ ਵੀ ਬੰਦਾ ਪਹਿਲਾਂ ਆਂਦਾ ਆ, ਚਲੋ ਇਹ ਸੈਕੰਡਰੀ ਗੱਲਾਂ ਆ, ਬਾਅਦ ਚੋਂ ਫਿਰ ਤੁਹਾਨੂੰ ਟੈਨਸ਼ਨ ਹੋਣ ਲੱਗ ਜਾਂਦੀ, ਪਰ ਜਿਹੜੇ ਤਾਂ ਪਹਿਲਾ ਮੂਮੈਂਟ ਹੁੰਦਾ, ਮੈਂ ਕੈਨੇਡਾ ਦੀ ਧਰਤੀ ਤੇ ਪਹੁੰਚ ਗਿਆ ਉਹ ਜਿਹੜੀ ਖੁਸ਼ੀ ਹੁੰਦੀ ਆ, ਕੀ ਤੁਸੀਂ ਉਹ ਖੁਸ਼ੀ ਮਹਿਸੂਸ ਕੀਤੀ ਜਦੋਂ ਤੁਸੀਂ ਪਹਿਲਾਂ ਕੈਨੇਡਾ ਆਏ ਸੀ? ਜਦੋਂ ਤੁਸੀਂ ਕਦੋਂ ਕੈਨੇਡਾ ਆਏ ਸੀ? ਮੈਂ 1.5 ਸਾਲ ਦਾ ਸੀ ਜਦ ਮੈਂ ਆਇਆ ਸੀਗਾ, ਸੋ ਮੈਨੂੰ ਤਾਂ ਖਾਸਾ ਟਾਈਮ ਹੋ ਗਿਆ। ਪਰ ਜਿਹੜੀ ਖੁਸ਼ੀ ਤੁਸੀਂ ਕਹਿ ਰਹੇ ਹੋ ਉਹ ਖੁਸ਼ੀ ਮੈਨੂੰ ਉਦੋਂ ਹੁੰਦੀ ਹੈ ਜਦ ਮੈਂ ਪੰਜਾਬ ਜਾਂਦਾ। Is it? Exact same thing. ਮੇਰੇ ਦਿਮਾਗ ਤੇ ਬਸ ਕੁਛ ਨਹੀਂ ਹੁੰਦਾ ਵੀ ਜੇ ਮੈਂ ਇੱਕ ਘਰੇ ਆ ਗਿਆ ਹੁੰਦਾ ਉਵੇਂ ਲੱਗਦਾ ਹੁੰਦਾ ਮੈਨੂੰ। ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੇਮ ਤਰ੍ਹਾਂ ਹੁੰਦਾ, ਉਹ ਆਪਦਾ ਘਰ ਛੱਡ ਕੇ ਇੱਕ ਨਵੇਂ ਘਰੇ ਆਏ ਹੁੰਦੇ ਨੇ। ਖੁਸ਼ੀ ਤਾਂ ਸਾਰਿਆਂ ਨੂੰ ਹੋਣੀ ਆ, ਨਵਾਂ ਦੇਸ਼ ਆ, ਨਵੇਂ ਚੀਜ਼ਾਂ ਦੇਖਣ ਨੂੰ। ਯਾਦ ਕਰੋ ਵੀ ਜਦ ਤੁਸੀਂ ਆਏ ਸੀਗੇ ਉਹ ਖੁਸ਼ੀ ਕਿਹੋ ਜਿਹੀ ਸੀਗੀ, ਤੇ ਔਖੇ ਸਮੇਂ ਦੇ ਵਿੱਚੋਂ ਤੁਸੀਂ ਆਪੇ ਨਿਕਲ ਜਾਓਗੇ, ਕਿਉਂਕਿ ਜਿਹੜੀਆਂ ਤੁਹਾਡੀ ਐਂਬੀਸ਼ਨ ਸੀ, ਗੋਲ ਸੀਗੇ, ਉਹ ਲਾਈਫ ਮਿਟਾ ਦਿੰਦੀ ਆ। ਇੱਥੇ ਦੀ ਫਾਸਟ ਪੇਸ ਲਾਈਫ ਮਿਟਾ ਦਿੰਦੀ ਆ। ਕਦੇ ਮੌਕਾ ਨਹੀਂ ਮਿਲਦਾ ਮੰਜੇ ਤੇ ਬਹਿ ਕੇ ਪੈਣ ਦਾ ਦਿਨੇ, ਉਹ ਚੀਜ਼ਾਂ ਤੁਹਾਨੂੰ ਯਾਦ ਆਉਂਦੀਆਂ ਨੇ, ਤਾਂ ਔਖਾ ਲੱਗਦਾ ਇੱਥੇ।
ਕੀ ਤੁਸੀਂ ਜਦੋਂ ਪੰਜਾਬੀ ਜਿੱਦਾਂ ਕਹਿੰਦੇ ਆ ਕਿ ਵਕੇਸ਼ਨ ਇਜ਼ ਨੈਸੈਸਰੀ, ਵਕੇਸ਼ਨ ਹੋਣੀ ਚਾਹੀਦੀ, ਛੁੱਟੀਆਂ ਹੋਣੀਆਂ ਚਾਹੀਦੀਆਂ, ਸੋ ਉਹ ਛੁੱਟੀਆਂ ਤੁਹਾਡੇ ਲਈ ਇੱਕ ਰੀਜੂਵੀਨੇਟ ਕਰਦੀਆਂ ਵਾ ਤੁਹਾਨੂੰ, Yes, ਰਾਈਟ? ਸੋ yes. ਛੁੱਟੀਆਂ ਬਹੁਤ ਜ਼ਰੂਰੀ ਹੁੰਦੀਆਂ ਵਾ। Yeah, yeah. ਤੇ ਜੇਕਰ ਹੁਣ ਆਪਾਂ ਪਰਸਨਲ ਗੱਲ ਕਰੀਏ, ਤੁਸੀਂ ਛੁੱਟੀਆਂ 'ਚ ਲਾਈਕ ਤੁਹਾਨੂੰ ਵੀ ਮੈਂਟਲ ਉਹ ਤੋਂ ਬ੍ਰੇਕ ਚਾਹੀਦੀ ਹੋਊਗੀ, Yeah, ਰਾਈਟ? yeah. ਸਾਰੀਆਂ ਚੀਜ਼ਾਂ ਤੋਂ ਜੋ ਵੀ ਤੁਹਾਡੀ ਰੈਗੂਲਰ ਰੂਟੀਨ ਚੱਲਦੀ ਪਿਆ, ਉਹ ਛੁੱਟੀਆਂ ਕਿੱਦਾਂ ਕੰਮ ਕਰਦੀਆਂ ਵਾ ਤੁਹਾਨੂੰ ਰੀਜੂਵੀਨੇਟ ਕਰਨ ਨੂੰ, ਤੇ ਤੁਸੀਂ ਆਪਣੀਆਂ ਛੁੱਟੀਆਂ ਦੇ ਵਿੱਚ ਕਿੱਥੇ ਜਾਣਾ ਪਸੰਦ ਕਰਦੇ ਹੋ? ਸੋ ਮੈਂ ਐਕਚੁਅਲੀ ਇੱਕ ਬਹੁਤ ਬਲੈਸਡ ਹਾਂ ਇੱਕ ਤਰ੍ਹਾਂ ਵੀ। ਮੈਂ ਵੀਕਐਂਡਸ ਤੇ ਇੱਕ ਤਰੀਕੇ ਕੁਝ ਵੀ ਨਹੀਂ ਕਰਨ ਦੀ ਲੋੜ ਪੈਂਦੀ ਮੈਨੂੰ। ਬਸ ਮੈਂ ਸਵੇਰੇ ਉੱਠਣਾ, ਜਿਮ ਜਾਣਾ, ਵਾਕ ਤੇ ਜਾਣਾ, ਆਪਣੇ ਡੌਗ ਦੇ ਨਾਲ ਖੇਡਣਾ। ਉਹ 2 ਦਿਨ ਜਿਹੜੇ ਹੁੰਦੇ ਨੇ ਵੀਕਐਂਡ ਵਾਲੇ ਮੇਰੇ, ਉਹ ਕੰਪਲੀਟਲੀ ਆਫ ਹੁੰਦੇ ਨੇ। ਤੇ ਮੈਂ ਉਹ ਤਾਂ ਰੱਖੇ ਹੋਏ ਨੇ ਕਿਉਂਕਿ ਮੈਨੂੰ ਪਤਾ ਵੀ ਮੈਂ 5 ਦਿਨ ਕੰਸਿਸਟੈਂਟਲੀ ਲੋਕਾਂ ਦੀਆਂ ਸਟਰਗਲ ਸੁਣਨੀਆਂ ਨੇ, ਉਹਨਾਂ ਦੇ ਸਭ ਤੋਂ ਔਖੇ ਸਮੇਂ ਸੁਣਨੇ ਨੇ। ਸੋ ਜੇ ਮੈਂ ਉਹ 2 ਦਿਨ ਵੀ ਉਹਨਾਂ ਦੇ ਵਿੱਚ ਹੀ ਘੁੰਮੀ ਜਾਵਾਂ ਤੇ ਮੇਰੇ ਕੋਲੇ ਤੋਂ ਉਹ ਸੈਪਰੇਸ਼ਨ ਨਾ ਕ੍ਰੀਏਟ ਹੋਈ, ਫਿਰ ਮੇਰੀ ਜ਼ਿੰਦਗੀ ਬਹੁਤ ਔਖੀ ਹੋ ਜਾਊਗੀ। ਤੇ ਉਵੇਂ ਹਰ ਇੱਕ ਹਿਊਮਨ ਵਾਸਤੇ, ਜੇ ਤੁਸੀਂ ਕੰਮ ਕਰਦੇ ਹੋ 5 ਦਿਨ ਤੇ ਵੀਕਐਂਡ ਤੇ ਵੀ ਤੁਹਾਡੇ ਦਿਮਾਗ ਤੇ ਬਸ ਕੰਮ ਹੀ ਆਉਂਦਾ। ਆਬਵੀਅਸਲੀ ਹੁਣ ਫਾਈਨੈਂਸ਼ੀਅਲ ਸਿਚੁਏਸ਼ਨ ਜ਼ਿੰਦਗੀ ਦੇ ਵਿੱਚ ਜਿਹੜੇ ਪੈਸੇ ਨੇ ਬਹੁਤ ਇੰਪੋਰਟੈਂਟ ਨੇ। ਆਪਾਂ ਗੱਲਾਂ ਕਰਕੇ ਤਾਂ ਪੈਸੇ ਨਹੀਂ ਕਮਾ ਸਕਦੇ, ਹਨਾ? ਸੋ ਆਈ ਅੰਡਰਸਟੈਂਡ ਵੀ ਫਾਈਨੈਂਸ਼ੀਅਲ ਸਟ੍ਰੈਸ ਹੈਗੀ ਆ, ਪਰ ਉਹ ਤੋਂ ਵੱਧ ਕੇ ਜਿਹੜੀ ਤੁਹਾਡੀ ਮੈਂਟਲ ਸਟ੍ਰੈਸ ਆ ਉਹ ਵੱਧ ਦੁੱਖ ਲਿਆਉਂਦੀ ਆ। ਸੋ ਉਹਨੂੰ ਪ੍ਰਾਇੋਰਟਾਈਜ਼ ਕਰੋ ਜੇ ਤੁਹਾਡੇ ਤੋਂ ਹੋ ਸਕਦਾ। ਸੋ ਮਤਲਬ ਜੇਕਰ 7 ਦਿਨ ਕੋਈ ਕੰਮ ਕਰਦਾ ਆ ਤੇ 1 ਦਿਨ ਦੀ ਛੁੱਟੀ ਜ਼ਰੂਰੀ ਆ? ਜ਼ਰੂਰੀ ਆ, ਬਹੁਤ ਜ਼ਰੂਰੀ ਆ। ਇਟਸ ਮੋਰ ਦੈਨ ਜ਼ਰੂਰੀ, ਬਿਕਾਜ਼ ਜੇ ਤੁਸੀਂ 7 ਦਿਨ ਹੀ ਕੰਮ ਕਰੋਗੇ ਤੁਹਾਡਾ ਕੋਈ ਗੈਪ ਨਹੀਂ ਪੈਂਦਾ। ਸੰਡੇ ਤੋਂ ਮੰਡੇ ਕੋਈ ਫਰਕ ਹੀ ਨਹੀਂ ਹੈਗਾ। It just becomes a normal thing. ਤੁਹਾਡੀ ਜਿਹੜੀ ਜੋਏ ਆ ਕੈਨੇਡਾ ਆਉਣ ਦੀ, ਤੁਹਾਡੀ ਜਿਹੜੀ ਜੋਏ ਆ ਜ਼ਿੰਦਗੀ ਜਿਉਣ ਦੀ, ਉਹ ਚਲੇ ਜਾਂਦੀ ਆ। ਕਿਉਂਕਿ ਤੁਹਾਡੀ ਜਿਹੜੀ ਰੂਟੀਨ ਆ ਇੱਕ ਤਰ੍ਹਾਂ ਬਸ ਕੰਮ 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 ਹੀ ਹੋਈ ਜਾਂਦੀ ਹੈ। ਤੁਹਾਨੂੰ ਕਦੇ ਜੋਏ ਨਹੀਂ ਮਿਲਦੀ, ਨਹੀਂ ਕੋਈ ਖੁਸ਼ੀ ਨਹੀਂ ਮਿਲਦੀ। ਸੋ ਜਿਹੜਾ ਵਰਕਲੋਡ ਆ ਉਹ ਵੀ ਤੁਹਾਡੀ ਜਿਹੜੀ ਮੈਂਟਲ ਹੈਲਥ ਆ ਉਹਨੂੰ ਪ੍ਰਭਾਵਿਤ ਕਰ ਸਕਦਾ ਵਾ? ਆਫ ਕੋਰਸ, ਯੈਸ। ਤੇ ਜਿੱਦਾਂ ਹੁਣ ਮੈਨੂੰ ਕੰਮ ਤੋਂ ਕੋਈ ਟੈਨਸ਼ਨ ਮਿਲੀ ਆ, ਮੈਂ ਉਹ ਘਰ ਲੈ ਕੇ ਚਲ ਗਈ, ਤੇ ਉਹ ਚੀਜ਼ ਨੇ ਮੇਰੀ ਘਰ ਵਾਲੀ ਸਿਚੁਏਸ਼ਨ ਵੀ ਖਰਾਬ ਕਰਨੀ ਆ। ਸੋ ਕੀ ਏਦਾਂ ਹੋਣਾ ਚਾਹੀਦਾ ਵਾ ਕਿ ਜਿਹੜੀ ਤੁਹਾਡੀ ਕੰਮ ਦੀ ਟੈਨਸ਼ਨ ਆ ਉਹ ਕੰਮ ਤੇ ਰਵੇ, ਘਰ ਦੀ ਟੈਨਸ਼ਨ ਆ ਉਹ ਘਰ ਰਵੇ, ਤੁਸੀਂ ਆਪਣੀ ਵਰਕ ਲਾਈਫ ਤੇ ਆਪਣੀ ਜਿਹੜੀ ਘਰ ਦੀ ਲਾਈਫ ਆ ਉਹਨੂੰ ਅਲੱਗ ਰੱਖੋ? ਇਹਦੇ ਵਿੱਚ ਜਿਹਨੂੰ ਵਰਕ ਲਾਈਫ ਬੈਲੈਂਸ ਕਹਿੰਦੇ ਆ, ਲਾਈਕ ਹਾਊ ਦੈਟ ਥਿੰਗ ਵਰਕਸ? ਆਫ ਕੋਰਸ, ਯਾ ਇਹ ਸਭ ਤੋਂ ਵੱਡਾ ਇਹਦੇ ਚ ਇਹ ਹੁੰਦਾ ਵੀ ਹਰ ਇੱਕ ਹਿਊਮਨ ਬੀਇੰਗ ਨੂੰ ਆਪਦਾ ਨਿਊਟਰਲ ਗਰਾਊਂਡ ਲੱਭਣਾ ਪੈਂਦਾ। ਜੇ ਤੁਸੀਂ ਘਰੇ ਹੁੰਦੇ ਹੋ ਤੇ ਤੁਹਾਡੇ ਪਾਰਟਨਰ ਘਰੇ ਨੇ, ਤੁਸੀਂ ਉਹਨਾਂ ਦੇ ਨਾਲ ਕੰਮ ਦੇ ਬਾਰੇ ਡਿਸਕਸ ਕਰਦੇ ਹੋ, ਉਹ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਆ। ਤੇ ਜਿਹਨਾਂ ਕੋਲ ਪਾਰਟਨਰ ਹੈ ਨਹੀਂਗੇ, ਉਹ ਕੀ ਕਰਨ? ਉਹ ਕਰੋ ਫਿਰ ਫੋਨ ਕਰ ਸਕਦੇ ਆ ਆਪਣੇ ਫੈਮਲੀਜ਼ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਰਾਈਟ? ਸੋ ਉਹ ਤੁਹਾਨੂੰ ਜਿਹੜਾ ਸਪੋਰਟ ਆ, ਉਹ ਡੀਲੋਡ ਆ ਤੁਹਾਨੂੰ ਸਟ੍ਰੈਸ ਬਾਰੇ ਗੱਲ ਕਰਨ ਦੀ, ਉਹ ਚੀਜ਼ ਤੁਹਾਨੂੰ ਪੇਸ਼ੈਂਸ, ਸਕਸੈਸ, ਹੈਪੀਨੈਸ ਲਿਆਉਂਦੀ ਹੈ ਜਦ ਤੁਸੀਂ ਘਰੋਂ ਆ ਕੇ ਸੈਪਰੇਟ ਕਰ ਸਕਦੇ ਹੋ ਆਪਣੇ ਕੰਮ ਤੇ ਘਰ ਤੱਕ। ਕਿਉਂਕਿ ਜੇ ਤੁਸੀਂ ਕੰਮ ਵਾਲੀ ਸਟ੍ਰੈਸ ਘਰੇ ਲਿਆਉਂਦੇ ਹੋ ਫਿਰ ਆਲੇ ਦੁਆਲੇ ਸਾਰੇ ਸਟ੍ਰੈਸ 'ਚ ਹੋ ਜਾਂਦੇ ਨੇ। ਪਰ ਜੇ ਤੁਸੀਂ ਘਰੇ ਆਉਂਦੇ ਹੋ ਤੇ ਤੁਹਾਡੇ ਕੋਲ ਇੱਕ ਸਮਾਂ ਹੁੰਦਾ ਅੱਧੇ ਘੰਟੇ ਦਾ, ਪੌਣੇ ਘੰਟੇ ਦਾ, ਜਿੱਥੇ ਬੈਠ ਕੇ ਤੁਸੀਂ ਕਿਸੇ ਨੂੰ ਦੱਸ ਸਕਦੇ ਹੋ ਵੀ ਮੇਰੇ ਨਾਲ ਕੰਮ 'ਚ ਆਹ ਹੋਇਆ। ਤੁਹਾਡੀ ਸਾਰਾ ਅਗਲਾ ਜਿਹੜੇ 4-5 ਘੰਟੇ ਹੁੰਦੇ ਨੇ ਸੌਣ ਤੱਕ, ਉਹ ਪੂਰੇ ਖੁਸ਼ੀ 'ਚ ਨਿਕਲ ਜਾਂਦੇ ਨੇ। ਕੀ ਤੁਹਾਨੂੰ ਲੱਗਦਾ ਕਿ ਜਿੱਦਾਂ ਹੁਣ ਅੱਜ ਕੱਲ੍ਹ ਆਪਾਂ ਯੰਗਸਟਰਸ ਦੇ ਵਿੱਚ ਡੇਟਿੰਗ ਲਾਈਫ ਦੀ ਗੱਲ ਕਰਦੇ ਆ, ਕੀ ਉਹ ਆਹੀ ਐਸਕੇਪ ਰੂਟ ਲੱਭਣ ਦੀ ਵਜ੍ਹਾ ਦੇ ਨਾਲ ਕਿਸੇ ਨੂੰ ਡੇਟ ਕਰਦੇ ਆ ਕਿ ਮੇਰੇ ਕੋਲ ਬਸ ਕੋਈ ਹੋਵੇ ਜਿਹਦੇ ਨਾਲ ਮੈਂ ਗੱਲ ਕਰ ਸਕਾਂ, ਤੇ ਉਹ ਕਾਈਂਡ ਆਫ ਉਹਨਾਂ ਦੇ ਨਾਲ ਕੰਪਲੀਟਲੀ ਕੰਪੈਟੇਬਲ ਜਾਂ ਫਿਰ ਕੰਪਲੀਟਲੀ ਇਨਟੂ ਦੈਮ ਨਹੀਂ ਹੁੰਦੇ, ਸਿਰਫ ਇੱਕ ਐਸਕੇਪ ਰੂਟ ਦੀ ਵਜ੍ਹਾ ਦੇ ਨਾਲ ਡੇਟ ਕਰਦੇ, ਇਸ ਲਈ ਉਹਨਾਂ ਦੇ ਜਿਹੜੇ ਬ੍ਰੇਕਅਪ ਰੇਟਸ ਆ, ਆਪਣੇ ਡਿਵੋਰਸ ਰੇਟਸ ਆ, ਇੰਨੇ ਵੱਧਦੇ ਪਏ ਆ? ਸੋ ਜਿਵੇਂ ਬੇਸਡ ਆਫ ਕਲਾਇੰਟਸ ਜਿਹੜੇ ਮੈਂ ਦੇਖਦਾ, ਰਿਲੇਸ਼ਨਸ਼ਿਪਸ ਦੇ ਵਿੱਚ ਸਭ ਤੋਂ ਮੇਨ 3 ਚੀਜ਼ਾਂ ਹੁੰਦੀਆਂ ਨੇ। ਇੱਕ ਫਰੈਂਡਸ਼ਿਪ ਜਿਹੜੀ ਤੁਹਾਡੀ ਰਿਲੇਸ਼ਨਸ਼ਿਪ ਵਿੱਚ ਹੁੰਦੀ ਆ, ਕਮਿਊਨਿਟੀ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਦੇ ਵਿੱਚ ਹੁੰਦੀ ਆ, ਆਪਸ ਵਿੱਚ ਕਨਵਰਸੇਸ਼ਨ, ਤੇ ਜਿਹੜੀ ਕਨਫਲਿਕਟ ਰੈਜ਼ੋਲੂਸ਼ਨ, ਵੀ ਉਹ ਤਿੰਨੇ ਤੁਸੀਂ ਕਿਵੇਂ ਹੈਂਡਲ ਕਰ ਰਹੇ ਹੋ। ਤੇ ਜਦ ਤੁਹਾਡੀ ਐਬਿਲਿਟੀ ਉਹਨਾਂ ਦੇ ਵਿੱਚ ਠੀਕ ਹੁੰਦੀ ਹੈ ਤੇ ਤੁਸੀਂ ਆਪਸ ਵਿੱਚ ਕੰਪੈਟੇਬਲ ਹੁੰਦੇ ਹੋ, ਫਿਰ ਇੱਕ ਸਪੋਰਟ ਬਣ ਜਾਂਦਾ। ਸੋ ਜਿਹੜੀ ਚੀਜ਼ ਤੁਸੀਂ ਦੱਸੀ ਆ ਵੀ ਆਪਸ ਵਿੱਚ ਸਪੋਰਟ ਲੱਭਣਾ, ਉਹ ਬਹੁਤ ਇੰਪੋਰਟੈਂਟ ਹੁੰਦਾ। ਸੋ ਯੈਸ, ਉਹ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਰਿਲੇਸ਼ਨਸ਼ਿਪ ਦਾ। ਤੇ ਜਦ ਤੁਹਾਨੂੰ ਉਹ ਸਪੋਰਟ ਮਿਲਦੀ ਨਹੀਂ, ਫਿਰ ਉਹ ਰਿਲੇਸ਼ਨਸ਼ਿਪ 'ਚ ਰਹਿਣਾ ਔਖਾ ਹੋ ਜਾਂਦਾ। ਤੇ ਕਈ ਜਿਹੜੇ ਹੁਣ ਜਿੱਦਾਂ ਹਾਰਟ ਬ੍ਰੇਕਸ ਦੀ ਗੱਲ ਕਰਦੇ ਆ ਕਿ ਉਹ ਮੈਨੂੰ ਛੱਡ ਗਿਆ, ਉਹ ਮੈਨੂੰ ਛੱਡ ਗਈ, ਇਹਦੀ ਵਜ੍ਹਾ ਦੇ ਨਾਲ ਮੈਨੂੰ ਬਹੁਤ ਟੈਨਸ਼ਨ ਆ, ਮੈਂ ਰੋਂਦਾ ਰਹਿਣਾ, ਮੈਂ ਰੋਂਦੀ ਰਹਿੰਦੀ ਆ, ਕਿਸੇ ਨਾਲ ਗੱਲ ਨਹੀਂ ਕਰਨੀ, ਖਾਣਾ ਪੀਣਾ ਛੱਡਤਾ, ਤੇ ਉਹ ਚੀਜ਼ ਨੂੰ ਆਪਾਂ ਐਗਜ਼ੈਜਰੇਟ ਆਪਣੇ ਆਪ ਕਰਦੇ ਪਏ ਆ, ਤੇ ਉਹ ਚੀਜ਼ ਤੋਂ ਨਿਕਲਣ ਦਾ ਜ਼ਰੀਆ ਕੀ ਬਣ ਸਕਦਾ ਆ?
ਸੀ ਰੋਮਨ, ਮੈਂ ਕਹਿ ਨਹੀਂ ਸਕਦਾ ਵੀ ਐਗਜ਼ੈਜਰੇਟ ਕਰ ਰਹੇ ਹਾਂ, ਕਿਉਂਕਿ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚੋਂ ਨਿਕਲੇ ਨੇ ਉਹਨਾਂ ਨੂੰ ਵੀ ਪਤਾ ਵੀ ਕਿੰਨਾ ਦੁੱਖ ਲੱਗਿਆ ਹੋਣਾ। ਕਿਉਂਕਿ ਜਦ ਤੁਹਾਡਾ ਦਿਲ ਟੁੱਟਦਾ, ਦੁੱਖ ਤਾਂ ਸਾਰਿਆਂ ਨੂੰ ਹੀ ਲੱਗਦਾ ਹੈ ਨਾ। ਤੇ Yeah. ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਓਵਰ ਐਗਜ਼ੈਜਰੇਟ ਕਰ ਰਹੇ ਨੇ, ਕਿਉਂਕਿ ਕੀ ਪਤਾ ਵੀ ਉਹ ਪਰਸਨ ਦੇ ਨਾਲ ਉਹਨਾਂ ਦੀਆਂ ਕਿੰਨੀਆਂ ਮੈਮਰੀਜ਼ ਅਟੈਚਡ ਹੁੰਦੀਆਂ ਨੇ, ਕਿੰਨਾ ਸਮਾਂ ਅਟੈਚਡ ਹੁੰਦਾ, ਕਿੰਨੀ ਫੈਮਿਲੀ ਅਟੈਚਡ ਹੁੰਦੀਆਂ ਨੇ, ਤੁਹਾਡੀ ਫਿਊਚਰ ਦੇ ਬਾਰੇ ਪਲਾਨ ਅਟੈਚਡ ਹੁੰਦੇ ਨੇ। ਸੋ ਜਦ ਉਹ ਸਾਰਾ ਕੁਝ ਤੁਹਾਡੇ ਤੋਂ ਖਿੱਚਿਆ ਜਾਂਦਾ, ਦੁੱਖ ਤਾਂ ਲੱਗਣਾ ਹੀ ਆ, ਰਾਈਟ। ਸੋ ਆਈ ਥਿੰਕ ਹਰ ਇੱਕ ਪਰਸਨ ਨੂੰ ਕੰਪੈਸ਼ਨ ਦੇ ਤੌਰ ਤੇ ਦੇਖਣਾ ਤੇ ਉਹਨਾਂ ਨੂੰ ਸਪੋਰਟ ਕਰਨਾ ਸਭ ਤੋਂ ਇੰਪੋਰਟੈਂਟ ਗੱਲ ਆ, ਨਾ ਕਿ ਉਹਨਾਂ ਨੂੰ ਪੁਸ਼ ਅਵੇ ਕਰਨ ਵੀ ਨਹੀਂ ਤੂੰ ਤਾਂ ਉਹੀ ਰੋਈ ਜਾਂਦੀ ਹੈ, ਨਹੀਂ ਤਾਂ ਤੂੰ ਤਾਂ ਉਹੀ ਰੋਈ ਜਾਂਦਾ। ਨਾ ਉਹਨਾਂ ਨੂੰ ਪੁੱਛੋ ਵੀ ਰੋਂਦਾ ਕਾਹਤੇ ਆ, ਤੂੰ ਰੋਂਦੀ ਕਾਹਤੇ ਆ, ਮੈਨੂੰ ਐਂ ਦੱਸ ਇਹਦਾ ਕਾਰਨ ਕੀ ਆ। ਪਿਆਰ ਆ, ਫਿਰ ਮੈਨੂੰ ਐਂ ਦੱਸ ਵੀ ਉਹ ਪਿਆਰ ਤੈਨੂੰ ਹੋਰ ਕਿਸੇ 'ਚ ਲੱਭਣਾ ਨੀਗਾ, ਵੀ ਇਹ ਇਕੱਲਾ ਇੱਕ ਪਰਸਨ ਸੀਗਾ। ਮੈਨੂੰ ਦੱਸੋ ਵੀ ਇਹਨਾਂ ਦਾ ਪਿਆਰ ਕੀ ਖਾਸ ਸੀ, ਰਾਈਟ। ਯੂ ਹੈਵ ਟੂ ਬੀ ਏਬਲ ਟੂ ਹੈਵ ਕਨਵਰਸੇਸ਼ਨਸ, ਆਪਸ ਵਿੱਚ ਗੱਲਾਂ ਕਰੋ। ਜਿਹੜੇ ਟਫ ਕਨਵਰਸੇਸ਼ਨਸ ਨੇ, ਜਿਹੜੇ ਟਫ ਕੁਐਸਚਨਸ ਨੇ, ਉਹ ਪੁੱਛੋ, ਚੈਲੰਜ ਕਰੋ ਇੱਕ ਦੂਜੇ ਨੂੰ। ਤੇ ਪਰਜ ਇਹ ਤਾਂ ਹੋ ਗਈ ਲਾਈਕ ਕਹਿੰਦੇ ਰਿਲੇਸ਼ਨਸ਼ਿਪਸ ਦੀ ਗੱਲ, ਕਿ ਰਿਲੇਸ਼ਨਸ਼ਿਪ ਦੇ ਨਾਲ ਤੁਹਾਡੀ ਜਿੱਦਾਂ ਕਈ ਵਾਰ ਲੋਕੀ ਫਿਰ ਰੀਬਾਊਂਡ ਵੱਲ ਨੂੰ ਜਾਂਦੇ ਆ, Sure. ਰਾਈਟ। ਵਨਸ ਯੂ ਆਰ ਲਾਈਕ ਹਾਰਟ ਬ੍ਰੋਕਨ, ਯੂ ਜਸਟ ਲਾਈਕ ਰੀਬਾਊਂਡ ਵਿਦ ਸਮਵਨ। ਉਹ ਆਪਣੀ ਮੈਂਟਲ ਸਟੇਟ ਨੂੰ ਸਿਰਫ ਇੱਕ ਕਾਮਨੈਸ ਦੇਣ ਨੂੰ ਹੁੰਦਾ ਵਾ ਕਿ ਆਈ ਹੈਵ ਸਮਬਡੀ। ਸੀ ਇਹ ਵੀ ਇੱਕ ਬਹੁਤ ਇੰਡੀਵਿਜੂਅਲ ਥਿੰਗ ਆ। ਸੋ ਜੀ। ਉਹ ਡਿਫਰੈਂਟ ਹੋ ਸਕਦਾ ਹਰ ਇੱਕ ਪਰਸਨ ਵਾਸਤੇ। ਕਈ ਉਹ ਗੈਪ ਫਿਲ ਨੂੰ ਹੁੰਦਾ ਵੀ ਉਹ ਮੇਰਾ ਹੁਣ ਪਾਰਟਨਰ ਮੇਰੀ ਜ਼ਿੰਦਗੀ ਦੇ ਵਿੱਚ ਹੈ ਨਹੀਂ, ਉਹ ਮੈਂ ਹੁਣ ਫਿਲ ਕਰਨੀ ਆ ਗੈਪ। ਕਈਆਂ ਦੇ ਕੋਲੇ ਉਹ ਸਪੋਰਟ ਸਿਸਟਮ ਨਹੀਂ ਹੈਗਾ ਹੁਣ, ਕਈਆਂ ਨੂੰ ਇੰਟੀਮੇਸੀ ਦੀ ਲੋੜ ਹੁੰਦੀ ਆ। ਸੋ ਇਟਸ ਡਿਫਰੈਂਟ ਫॉर ਐਵਰੀ ਸਿੰਗਲ ਪਰਸਨ। ਤੇ ਆਪਾਂ ਹਰ ਇੱਕ ਪਰਸਨ ਨੂੰ ਇੱਕ ਜਨਰਲ ਕੰਸੈਂਸਸ ਦੇ ਵਿੱਚ ਨਹੀਂ ਪਾ ਸਕਦੇ ਵੀ ਇਹ ਕਾਰਨ ਆ। ਹਰ ਇੱਕ ਪਰਸਨ ਦਾ ਡਿਫਰੈਂਟ ਰੀਜ਼ਨ ਹੁੰਦਾ ਉਹਦੇ ਵਾਸਤੇ। ਜਿੱਦਾਂ ਹੁਣ ਕਈ ਵਾਰ ਆਪਾਂ ਦੇਖਦੇ ਆ ਲਾਈਕ ਇੰਡੀਆ ਦੇ ਵਿੱਚ ਇਹ ਗੱਲਾਂ ਬਹੁਤ ਹੁੰਦੀਆਂ ਵਾ। ਹਲੇ ਵੀ ਆਪਾਂ ਜਦੋਂ ਲਵ ਮੈਰਿਜਸ ਆ ਉਹਨਾਂ ਨੂੰ ਆਪਾਂ ਇੰਨਾ ਜ਼ਿਆਦਾ ਕਾਮਨ ਨਹੀਂ ਕਰ ਪਾ ਰਹੇ ਹੈਗੇ। ਲਾਈਕ ਥੋੜੇ ਆਪਾਂ ਮੋਡਰਾਈਜ਼ ਹੋਏ ਆ, ਬਟ ਇੰਨੇ ਜ਼ਿਆਦਾ ਨਹੀਂ ਹੋਏ ਹਲੇ ਤੱਕ। ਤੇ ਜਦੋਂ ਕਈ ਵਾਰ ਆਪਾਂ ਕਹਿੰਦੇ ਆ ਕਿ ਕਿਸੇ ਕੁੜੀ ਨੇ ਮੁੰਡੇ ਨੇ ਉਹਦੇ ਘਰ ਦੇ ਨਹੀਂ ਮੰਨਦੇ ਪਏ ਸੀ, ਉਹਨਾਂ ਨੂੰ ਛੱਡ ਕੇ ਮੁੰਡੇ ਦੇ ਨਾਲ ਚਲ ਗਈ ਜਾਂ ਉਹਨਾਂ ਨੂੰ ਛੱਡ ਕੇ ਕੁੜੀ ਦੇ ਨਾਲ ਭੱਜ ਗਿਆ, ਉਸ ਪੁਆਇੰਟ ਤੇ ਉਹ ਬੰਦੇ ਦੀ ਕਿਹੋ ਜਿਹੀ ਮੈਂਟਲ ਸਟੇਟ ਹੋ ਜਾਂਦੀ ਆ ਕਿ ਜਿਹੜੇ ਮੰਮੀ ਡੈਡੀ ਨੇ, ਜਿਹੜੇ ਮਾਪਿਆਂ ਨੇ ਤੁਹਾਨੂੰ ਇੰਨੇ ਸਾਲ ਪਿਆਰ ਕੀਤਾ ਕਿ ਤੁਸੀਂ ਚੰਦ ਮਹੀਨਿਆਂ ਦਾ ਜਿਹੜਾ ਪਿਆਰ ਆ ਉਹਦੇ ਲਈ ਉਹ ਇੰਨੇ ਸਾਲ ਭੁੱਲ ਜਾਂਦੇ ਹੋ ਕਿ ਤੁਸੀਂ ਉਹਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ। ਇਜ਼ ਇਟ ਲਾਈਕ ਅ ਪੋਜ਼ਿਟਿਵ ਥਿੰਗ ਫॉर ਯੂ ਔਰ ਇਜ਼ ਇਟ ਲਾਈਕ ਅ ਨੈਗੇਟਿਵ ਥਿੰਗ? ਸੋ ਇਟਸ ਨੀਦਰ ਪੋਜ਼ਿਟਿਵ ਨੋਰ ਨੈਗੇਟਿਵ। ਇਹ ਡਿਪੈਂਡ ਕਰਦਾ ਵੀ ਉਹ ਉਹਨਾਂ ਦੇ ਵੈਲਿਊਜ਼ ਤੇ ਮੋਰਲਸ ਕਿੱਥੇ ਨੇ। ਵੀ ਜਿਹੜਾ ਪਰਸਨ ਫੈਮਿਲੀ ਨੂੰ ਛੱਡ ਕੇ ਚੱਲਿਆ, ਵੀ ਉਹਨਾਂ ਦੀ ਜਿਹੜੀ ਪ੍ਰਾਇੋਰਟੀ ਆ, ਵੈਲਿਊ ਆ, ਫੋਕਸ ਆ, ਉਹ ਕਿੱਥੇ ਆ। ਜੇ ਉਹਨਾਂ ਦੀ ਫੋਕਸ ਆਪਦੇ ਪਾਰਟਨਰ ਤੇ ਆ, ਫਿਰ ਤਾਂ ਉਹਨਾਂ ਨੂੰ ਪਰਿਵਾਰ ਛੱਡਣਾ ਕੋਈ ਟੈਨਸ਼ਨ ਦੀ ਨਹੀਂ ਗੱਲ ਹੈਗੀ। ਪਰ ਜਿੱਥੋਂ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਅਟੈਚਮੈਂਟ ਹੋਵੇ, ਫਿਰ ਵੀ ਉਹ ਸਟਰਗਲ ਹੁੰਦਾ ਇੱਕ ਤਰ੍ਹਾਂ ਦਾ। ਪਰ ਉਹ 100% ਪਰਸਨ ਤੇ ਡਿਪੈਂਡੈਂਟ ਆ ਵੀ ਉਹਨਾਂ ਦੇ ਵੈਲਿਊ ਤੇ ਮੋਰਲ ਕਿੱਥੇ ਰਹਿ ਰਹੇ ਨੇ, what are they focused on। ਪਰ ਰਾਜ, ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ। ਆਪਾਂ ਮੈਂਟਲ ਹੈਲਥ ਦੇ ਨੈਗੇਟਿਵ ਸਾਈਡਸ ਦੇਖੇ, ਡਿਪਰੈਸ਼ਨ ਦੀ ਗੱਲ ਕੀਤੀ, ਸੁਸਾਈਡ ਦੀ ਗੱਲ ਕੀਤੀ, ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕੀਤੀ, ਪਰ ਨਾਲ ਦੀ ਨਾਲ ਆਪਾਂ ਮੈਂਟਲ ਹੈਲਥ ਦੇ ਪੋਜ਼ਿਟਿਵ ਆਸਪੈਕਟਸ ਵੀ ਦੇਖੇ, ਆਪਾਂ ਰਿਲੇਸ਼ਨਸ਼ਿਪਸ ਦੀ ਗੱਲ ਕੀਤੀ। ਮੈਂ ਹੋਪ ਕਰਦੀ ਹਾਂ ਕਿ ਆਪਣੇ ਜਿੰਨੇ ਵੀ ਦਰਸ਼ਕ ਆ ਉਹਨਾਂ ਨੂੰ ਵੀ ਇਹ ਸੈਗਮੈਂਟ ਵਧੀਆ ਲੱਗਿਆ ਹੋਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਨਵੇਂ ਟੌਪਿਕਸ ਲਿਆ ਕੇ ਜਿਹੜੇ ਯੂਥ ਦੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋ ਸਕਦੇ ਹੋ ਤੇ ਗੱਲ ਕਰੀਏ। ਤੇ ਤੁਸੀਂ ਅੱਜ ਯੂਥ ਬੋਲਦਾ ਤੇ ਆਏ ਹੋ, ਤਾਂ ਫਿਰ ਤੁਸੀਂ ਅੱਜ ਯੂਥ ਨੂੰ ਕੀ ਬੋਲਣਾ ਚਾਹੋਗੇ? ਆਫ ਕੋਰਸ, ਬਸ ਮੈਂ ਯੂਥ ਨੂੰ ਇੰਨਾ ਕਹਿਣਾ ਚਾਹੁੰਦਾ ਵੀ ਜਿਹੜੀ ਸਟਿਗਮਾ ਮੈਂਟਲ ਹੈਲਥ ਦੀ ਉਹਨੂੰ ਹਟਾਵੋ ਤੇ ਪੇ ਅਟੈਂਸ਼ਨ ਕਰੋ ਵੀ ਜਿਹੜੇ ਤੁਹਾਡੇ ਮਾਨਸਿਕ ਸਿਹਤ ਆ ਉਹ ਵੀ ਕਿੰਨੀ ਇੰਪੋਰਟੈਂਟ ਆ। ਜੇ ਤੁਹਾਨੂੰ ਕਾਉਂਸਲਿੰਗ ਦੀ ਲੋੜ ਆ, ਕਾਉਂਸਲਰਸ ਦੇ ਨਾਲ ਅਟੈਂਡ ਕਰੋ, ਆਪਦੇ ਰਿਸੋਰਸਿਸ ਨੂੰ ਯੂਜ਼ ਕਰੋ। ਤੇ ਜੇ ਤੁਹਾਨੂੰ ਕਾਉਂਸਲਿੰਗ ਦੀ ਲੋੜ ਆ ਪੰਜਾਬੀ ਦੇ ਵਿੱਚ, ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ। ਇਟਸ ਵੈਰੀ ਈਜ਼ੀ, oneheartclinic.ca ਤੇ ਜਾਂ 7786554043 ਤੇ। ਮੇਰੇ ਵਰਗੇ ਕਾਉਂਸਲਰਸ ਬਹੁਤ ਨੇ ਅੱਜ ਕੱਲ੍ਹ, ਆਪਣੀ ਰਿਸੋਰਸਿਸ ਬਹੁਤ ਅਵੇਲੇਬਲ ਨੇ। ਸੋ ਪਲੀਜ਼ ਡੋਂਟ ਹੈਜ਼ਿਟੇਟ ਟੂ ਰੀਚ ਆਊਟ। ਤੇ ਜਿਹੜੀ ਤੁਹਾਨੂੰ ਸਿਹਤ ਤੇ ਸਪੋਰਟ ਦੀ ਲੋੜ ਆ ਉਹ ਤੁਹਾਡੇ ਵਾਸਤੇ ਅਵੇਲੇਬਲ ਆ। ਥੈਂਕ ਯੂ ਸੋ ਮਚ ਬਲਰਾਜ, ਤੁਸੀਂ ਅੱਜ ਸਾਡੇ ਸ਼ੋਅ ਦੇ ਵਿੱਚ ਆਏ। ਥੈਂਕ ਯੂ। ਧੰਨਵਾਦ ਤੁਹਾਡਾ ਬਹੁਤ-ਬਹੁਤ। ਸੋ ਇਹ ਸੀਗਾ ਸਾਡਾ ਅੱਜ ਦਾ ਐਪੀਸੋਡ ਯੂਥ ਬੋਲਦਾ ਦਾ, ਜਿਹਦੇ ਵਿੱਚ ਆਪਾਂ ਮੈਂਟਲ ਹੈਲਥ ਸੰਬੰਧੀ ਇੰਨੀਆਂ ਗੱਲਾਂ ਕੀਤੀਆਂ। ਤੇ ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ ਸੈਗਮੈਂਟ, ਤੁਹਾਡੇ ਲਈ ਇਨਫੋਰਮੇਸ਼ਨ ਭਰਿਆ ਹੋਵੇ। ਤੇ ਅਗਲੇ ਹਫਤੇ ਆਪਾਂ ਇੱਕ ਹੋਰ ਬਹੁਤ ਹੀ ਸ਼ਾਨਦਾਰ ਟੌਪਿਕ ਤੇ ਬਹੁਤ ਹੀ ਸ਼ਾਨਦਾਰ ਗੈਸਟ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਸੋ ਹਾਲ ਦੀ ਘੜੀ ਦੇ ਲਈ
ਮੈਨੂੰ ਰੋਮਨਪ੍ਰੀਤ ਨੂੰ ਸਾਂਝਾ ਟੀਵੀ ਤੋਂ ਯੂਥ ਬੋਲਦਾ ਸ਼ੋਅ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ ਇੱਕ ਨਵੇਂ ਸ਼ੋਅ ਦੇ ਨਾਲ। ਧੰਨਵਾਦ।